ਸੋ ਅੱਜ ਇਸ ਮੰਚ ਤੇ ਆਉਣ ਦਾ ਮਕਸਦ ਕੀ ਸੀਗਾ, ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਯਾਦ ਕਰਦੇ ਹਾਂ ਅਸੀਂ। ਪੋਹ ਦਾ ਮਹੀਨਾ ਹੈ ਔਰ ਇਹ ਸ਼ਹਾਦਤਾਂ ਦਾ ਮਹੀਨਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸੇ ਤੋਂ ਪ੍ਰੇਰਨਾ ਲੈਂਦੇ ਹੋਏ ਕਿਸਾਨ ਅੰਦੋਲਨ ਜਿਹੜਾ ਬਹੁਤ ਅੱਗੇ ਵਧਿਆ ਔਰ ਜਿਹੜੀ ਉੱਥੇ ਜਿੱਤ ਹੋਈ ਹੈ ਉਸ ਵਿੱਚ ਵੀ ਮੈਂ ਕਹਿੰਦਾ ਗੁਰੂ ਸਾਹਿਬ ਦਾ ਇੱਕ ਬਹੁਤ ਵੱਡਾ ਇੱਕ ਆਸ਼ੀਰਵਾਦ ਸੀਗਾ, ਕਿਉਂਕਿ ਹਾਕਮ ਬਹੁਤ ਤਾਕਤਵਰ ਸੀ, ਲੇਕਿਨ ਉਸ ਨੂੰ ਝੁਕਾਉਣ ਵਿੱਚ, ਕਾਨੂੰਨ ਵਾਪਸ ਲੈਣ ਦੇ ਵਿੱਚ ਸ਼ਾਇਦ ਗੁਰੂ ਸਾਹਿਬ ਦਾ ਆਸ਼ੀਰਵਾਦ ਬਹੁਤ ਜ਼ਿਆਦਾ ਸੀ। ਮੰਚ ਤੇ ਮੌਜੂਦ ਤਿੰਨੋਂ ਕਿਸਾਨ ਨੇਤਾ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਇੱਕ ਸਵਾਲ ਬਾਰ-ਬਾਰ ਜ਼ਿਹਨ 'ਚ ਆ ਰਿਹਾ ਹੈ ਕਿ ਕੀ ਸਾਡਾ ਮਕਸਦ ਸਰਕਾਰ ਨੂੰ ਝੁਕਾਉਣਾ ਸੀ ਜਾਂ ਕਿਸਾਨਾਂ ਦੀ ਜਿਹੜੀ ਹੈ ਦੂਰਦਸ਼ਾ, ਮੈਂ ਕਹਾਂਗਾ, ਕਿਉਂਕਿ ਅਸੀਂ ਬਾਰ-ਬਾਰ ਦੇਖ ਰਹੇ ਹਾਂ ਬਦ ਤੋਂ ਬਦਤਰ ਹੋ ਰਹੀ ਜ਼ਿੰਦਗੀ ਸਾਡੇ ਕਿਸਾਨਾਂ ਦੀ, ਲਾਹੇਵੰਦ ਰਿਹਾ ਨਹੀਂ ਕਿਸਾਨੀ ਧੰਦਾ। ਕੀ ਲੱਗਦਾ ਕਿ ਕਿਵੇਂ ਇਸ 'ਚੋਂ ਬਾਹਰ ਆ ਸਕਦੇ ਹਾਂ? ਕਿਉਂਕਿ ਹੁਣ ਜਿਹੜਾ ਬਿੱਲ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਹੁਤ ਕੁਝ ਇਹ ਬਿੱਲਾਂ ਦੇ ਜ਼ਰੀਏ ਹੋ ਜਾਏਗਾ, ਸਰਕਾਰ ਦਾ ਦਾਅਵਾ ਸੀ ਵੀ ਕਿਸਾਨਾਂ ਦੀ ਜ਼ਿੰਦਗੀ ਸਫਲ ਹੋ ਜਾਏਗੀ, ਲੇਕਿਨ ਹੁਣ ਇਸ ਤੋਂ ਬਾਅਦ ਕਿਸਾਨ ਜਿਹੜਾ ਹੈ ਉਹਨੂੰ ਕੀ ਸਟੈਪਸ ਲੈਣੇ ਪੈਣਗੇ, ਕੀ ਕੁਝ ਕਰਨਾ ਪਏਗਾ? ਕਿਉਂਕਿ ਬੈਕ ਟੂ ਸਕੇਅਰ ਵਨ ਵਾਲੀ ਗੱਲ ਹੋ ਗਈ, ਜਿੱਥੋਂ ਚੱਲੇ ਸੀ ਉੱਥੇ ਹੀ ਆ ਗਏ ਹਾਂ। ਉਗਰਾਹਾਂ ਸਾਹਿਬ, ਪਹਿਲਾ ਸਵਾਲ ਤੁਹਾਡੇ ਕੋਲ, ਕਿਉਂਕਿ ਤੁਹਾਡਾ ਜਿਹੜਾ ਇਲਾਕਾ ਹੈ ਮਾਲਵਾ, 98% ਕਿਸਾਨ ਜਿਹੜੇ ਹੈ, ਜਿੰਨੀਆਂ ਸੁਸਾਈਡਸ ਹੋਈਆਂ ਪੰਜਾਬ 'ਚੋਂ ਸ਼ਾਇਦ ਉਸੇ ਇਲਾਕੇ 'ਚ ਹੋਈਆਂ ਨੇ। ਤੁਸੀਂ ਬਹੁਤ ਲੰਬੇ ਸਮੇਂ ਤੋਂ ਕਿਸਾਨੀ ਦੇ ਨਾਲ ਜੁੜੇ ਹੋ, ਕਿਸਾਨਾਂ ਦੇ ਜਿਹੜੇ ਸਮੱਸਿਆਵਾਂ ਉਹਨਾਂ ਨਾਲ ਜੁੜੇ ਹੋ। ਸੋ ਕੀ ਲੱਗਦਾ ਹੁਣ ਇੱਥੋਂ ਕਿਸਾਨਾਂ ਨੂੰ ਅੱਗੇ ਕਿੱਥੇ ਜਾਣਾ ਚਾਹੀਦਾ, ਕੀ ਸਟੈਪਸ ਲੈਣੇ ਚਾਹੀਦੇ ਆ ਤਾਂ ਕਿ ਜਿਹੜੀ ਕਿਸਾਨਾਂ ਦੀ ਜਿਹੜੀ ਇੱਕ, ਮੈਂ ਕਹਾਂਗਾ, ਜੂਨ ਜਿਹੜੀ ਖਰਾਬ ਹੋ ਰਹੀ ਹੈ ਉਸ ਨੂੰ ਕਿਵੇਂ ਸਵਾਰਿਆ ਜਾਵੇ? ਅਸਲ ਵਿੱਚ ਜਿਹੜਾ ਖੇਤੀ ਧੰਦਾ ਘਾਟੇ ਵਾਲਾ ਬਣਿਆ, ਇਹ ਐ ਨਹੀਂ ਵੀ ਅਚਾਨਕ ਬਣ ਗਿਆ ਜਾਂ ਕੋਈ ਕੁਦਰਤੀ ਕਰੋਪੀ ਸੀ। ਇਹ ਬਕਾਇਦਾ ਸਰਕਾਰ ਦੀਆਂ ਪਾਲਿਸੀਆਂ ਦਾ ਸਦਕਾ ਹੋਇਆ। ਸਰਕਾਰ ਨੇ ਕਦੇ ਵੀ ਇਹੋ ਜਿਹੀ ਪਾਲਿਸੀ ਨਹੀਂ ਲੈ ਕੇ ਆਂਦੀ ਜਿਹੜਾ ਇਸ ਧੰਦੇ ਨੂੰ ਮੁਨਾਫੇ 'ਚ ਕਰਦੀ ਹੋਵੇ। ਜਿਹੜਾ ਇਸ ਧੰਦੇ ਦਾ ਸਭ ਤੋਂ ਮਹੱਤਵਪੂਰਨ ਸੰਕਟ ਹੈ, ਜ਼ਮੀਨੀ ਘਾਟ, ਬੇਸਿਕਲ ਇਸ਼ੂ ਹੈ ਇਹਦਾ। ਜਦੋਂ ਤੱਕ ਲੋਕਾਂ ਕੋਲ ਖੇਤੀ ਕਰਨ ਜੋਗੀ ਜ਼ਮੀਨ ਨਹੀਂ ਹੈ, ਆਪਦੇ ਪਰਿਵਾਰ ਨੂੰ ਗੁਜ਼ਾਰਾ ਕਰਨ ਜੋਗੀ ਪੈਲੀ ਨਹੀਂ ਹੈ, ਉਹ ਪੈਲੀ ਜਿੰਨਾ ਚਿਰ ਨਹੀਂ ਉਹਨਾਂ ਚਿਰ ਤੋਂ ਉਹ ਤੁਹਾਨੂੰ MSP ਦਿਓ ਨਾ ਦਿਓ, ਉਹਨੂੰ ਮੁਨਾਫਾ ਦਿਓ ਨਾ ਦਿਓ, ਉਹਨੂੰ ਕੋਈ ਸਹੂਲਤ ਦਿਓ ਨਾ ਦਿਓ, ਘੱਟ ਪੈਲੀ 'ਚੋਂ ਕੋਈ ਗੁਜ਼ਾਰਾ ਕੀ ਕਰੂਗਾ? ਬਹੁਤ ਪਰਿਵਾਰ ਨੇ, ਪਰਸੈਂਟੇਜ ਬਣਦੀ ਹੈ ਉਹਨਾਂ ਦੀ, ਜਿਨ੍ਹਾਂ ਕੋਲ ਜ਼ਮੀਨਾਂ ਖੇਤੀ ਕਰਨ ਜੋਗੀਆਂ ਨਹੀਂ, ਉਹਨਾਂ ਨੂੰ ਜ਼ਮੀਨਾਂ ਪਹਿਲਾਂ ਠੇਕੇ 'ਤੇ ਲੈਣੀਆਂ ਪੈਂਦੀਆਂ ਨੇ। ਇੱਕ ਬਹੁਤ ਵੱਡਾ ਇਸ਼ੂ ਹੈ, ਇਹਦੀ ਮੈਂ ਲੰਮੀ ਵਿਆਖਿਆ 'ਚ ਪਾਊਂਗਾ ਤਾਂ ਮੈਂ ਬਹੁਤ ਅੰਕੜੇ ਦੇ ਸਕਦਾ ਕਿ ਪੰਜਾਬ ਦੇ ਵਿੱਚ ਜ਼ਮੀਨ ਕਿੰਨੀ ਪਈ ਹੈ, ਬਾਹਰਲੇ ਦੇਸ਼ਾਂ 'ਚ ਕਿੰਨੀ ਪਈ ਹੈ, ਹਿੰਦੁਸਤਾਨ ਦੇ ਵਿੱਚ ਕਿੰਨੀ ਪਈ ਹੈ, ਅੰਕੜੇ ਦਿੱਤੇ ਜਾ ਸਕਦੇ ਨੇ। ਮੈਂ ਬੇਸਿਕਲੀ ਇਹਨੂੰ ਕਹਿਣਾ। ਦੂਜੀ ਗੱਲ ਇਹ ਹੈ ਕਿ ਅੱਜ ਤੱਕ ਸਰਕਾਰ, ਦੇਖੋ, ਇੱਕ ਖੇਤੀ ਹੈ ਜਿਹਦੀ ਮਿਨੀਮਮ ਸਪੋਰਟ ਪ੍ਰਾਈਸ ਬਣਦੀ ਹੈ। ਜਿਹੜੀਆਂ ਕਾਰਪੋਰੇਟ ਚੀਜ਼ਾਂ ਬਣਾਉਂਦਾ, ਜਿਹੜੀਆਂ ਚੀਜ਼ਾਂ ਖੇਤੀ ਸੈਕਟਰ ਵਾਲੇ ਖਰੀਦਦੇ ਲੋਕ ਨੇ, ਉਹਦੀ ਵੀ MRP ਬਣਦੀ ਹੈ, ਮਿਨੀਮਮ ਰੇਟ, ਮੈਕਸੀਮਮ ਰਿਲੇਟ ਪ੍ਰਾਈਸ। ਯਾਨੀ ਮੈਕਸੀਮਮ ਰਿਲੇਟ ਪ੍ਰਾਈਸ ਅਸੀਂ ਖਰੀਦਦੇ ਹਾਂ, ਮੌਜ ਨਾਲ ਸਾਨੂੰ ਉਹਨੂੰ ਲਿਖੀ ਹੋਈ ਰੇਟ ਮਿਲ ਜਾਂਦਾ। ਸਰਕਾਰਾਂ ਨੇ, ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਸਾਨੂੰ ਮਿਨੀਮਮ ਸਪੋਰਟਸ ਦਰਾਇਣ ਵੇਲੇ ਵੀ ਰੋਂਦੀਆਂ ਨੇ ਅਤੇ ਉਹਨੂੰ ਖਤਮ ਕਰਨ ਵਾਸਤੇ ਜਾ ਰਹੀਆਂ ਨੇ। ਉਹ ਮੰਡੀ, ਸਰਕਾਰੀ ਮੰਡੀ ਦਾ ਖਾਤਮਾ ਕਰਨ ਵਾਸਤੇ ਜਾ ਰਹੀਆਂ ਨੇ। ਖੇਤੀ ਕਿੱਤਾ ਡੁੱਬ ਰਿਹਾ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ। ਖੇਤੀ ਸਿਰ ਗਲ ਕਰਜ਼ਾ ਹੈ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ। PAU ਦੇ ਫੰਡਿੰਗ 'ਚ ਕੱਟ ਹੈ, PAU ਨੂੰ ਕਾਰਪੋਰੇਟ ਦੇ ਹੱਥਾਂ 'ਚ ਦਿੱਤਾ ਜਾ ਰਿਹਾ। ਕਾਰਪੋਰੇਟ ਦਾ ਜਿਤਨਾ ਮਾਲ ਹੈ, ਖੇਤੀ 'ਚ ਜਿਤਨੀ ਇਨਪੁਟਸ ਹੁੰਦੀ ਹੈ, ਉਹਨਾਂ ਦੇ ਰੇਟਾਂ 'ਤੇ ਛੋਟ ਹੈ। ਜੋ ਮਰਜ਼ੀ ਰੇਟ ਲਾਉਣ, ਕੋਈ ਪੁੱਛਣ ਵਾਲਾ ਨਹੀਂ। ਅਤੇ ਇੱਧਰ ਜਿਹੜੀ ਸਰਕਾਰ, ਜਿਹੜੀ ਕਿਸਾਨ ਨੇ ਕੋਈ ਚੀਜ਼ ਵੇਚਣੀ ਹੈ, ਉਹਦੀ MSP 'ਤੇ ਵੀ ਲਕੀਰਾਂ ਕਢਾਈਆਂ ਜਾਂਦੀਆਂ ਨੇ, ਸਾਡੀਆਂ ਕੰਡੀਸ਼ਨਾਂ ਲਾਈਆਂ ਜਾਂਦੀਆਂ ਨੇ। ਬਹੁਤ ਸਾਰੇ ਕਿਸਾਨਾਂ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਿੰਨੇ ਕਿਸਾਨ ਨੇ ਜਿਨ੍ਹਾਂ ਨੂੰ MSP ਮਿਲਦੀ ਨਹੀਂ, ਕਿੰਨੀਆਂ ਸਟੇਟਾਂ ਨੇ ਜਿੱਥੇ MSP ਦਾ ਪਤਾ ਹੀ ਨਹੀਂ। ਇਸ ਕਰਕੇ ਇਹ ਬਹੁਤ ਸੀਰੀਅਸ ਇਸ਼ੂ ਹੈ ਸਾਡੀ ਕਿਸਾਨੀ ਦਾ। ਦੂਜੀ ਗੱਲ ਸਾਥੀ ਇੱਥੇ ਕਰਕੇ ਗਏ ਨੇ, ਐਗਰੀਕਲਚਰ ਨਾਲ ਸੰਬੰਧਿਤ ਨੇ, ਕਿ ਅਸੀਂ 12,000 ਤੋਂ 17,000 ਮਾਮਜਾ ਨਰਮੇ ਸੁੰਡੀ ਦਾ ਮਾਰ ਦਾ ਦਿੱਤਾ। ਕੀ ਭਲਾ ਇਹ ਚੁੱਪ ਚਾਪ ਦੇਤਾ ਤੁਸੀਂ ਮਾਮਜਾ?
ਕਿੰਨਾ ਤੁਹਾਡੇ ਖਾਤਰ ਅੰਦੋਲਨ ਕਰਨਾ ਪਿਆ ਹੈ। ਪਹਿਲਾਂ 12,000 ਕੀਤਾ ਤੁਸੀਂ, ਜੇ 17,000 ਮੰਨੇ ਹੋ, ਘੱਟੋ ਘੱਟ ਅਸੀਂ ਪੌਣਾ ਮਹੀਨਾ ਤਾਂ ਤੁਹਾਡੇ ਕਦੇ ਸੈਕਟਰੀਏਟ ਘੇਰ ਲਿਆ, ਕਦੇ ਮਨਪ੍ਰੀਤ ਬਾਦਲ ਦਾ ਦਫ਼ਤਰ ਘੇਰ ਲਿਆ। ਉਸ ਤੋਂ ਬਾਅਦ ਤੁਸੀਂ ਮੰਨੇ ਹੋ, ਅਤੇ ਹੁਣ ਲਾਗੂ ਕਰਨ ਵੇਲੇ ਵੀ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਨੇ, ਅਜੇ ਡੀਸੀਆਂ ਕੋਲ ਰਕਮਾਂ ਪਹੁੰਚ ਗਈਆਂ, ਅਜੇ ਤੱਕ ਉਹਨਾਂ ਨੇ ਪਹੁੰਚਾਈਆਂ ਨਹੀਂ ਥੱਲੇ। ਉਹਨਾਂ ਦਾ ਜਵਾਬ ਵੀ ਲਵਾਂਗੇ। ਸਾਡੇ ਵਿਚਕਾਰ ਰਣਦੀਪ ਸਿੰਘ ਨਾਭਾ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਪੰਜਾਬ ਦੇ, ਉਹ ਪਹੁੰਚ ਚੁੱਕੇ ਆ ਔਰ ਉਹਨਾਂ ਨਾਲ ਵੀ ਸਵਾਲ ਜਵਾਬ ਹੋਣਗੇ। ਅਗਲਾ ਸਵਾਲ ਲੈਂਦੇ ਹਰਮੀਤ ਸਿੰਘ ਕਾਦੀਆ ਉਹਨਾਂ ਤੋਂ, ਕਿਉਂਕਿ ਨਵੀਂ ਪੋਲੀਟੀਕਲ ਪਾਰਟੀ ਬਣਾਈ ਹੈ ਔਰ ਨਵੀਂ ਪਾਰਟੀ, ਨਵਾਂ ਐਕਸਪੈਰੀਮੈਂਟ ਪੰਜਾਬ 'ਚ ਹੋਣ ਜਾ ਰਿਹਾ ਹੈ। ਅਸੀਂ ਦੇਖਿਆ ਕਿ ਬੜਾ ਹੁੰਗਾਰਾ, ਇੱਕ ਸਾਰੀਆਂ ਅਬਵ ਕਾਸਟ ਕਹਿੰਦੇ ਆ ਕਿ ਹਰ ਧਰਮ ਦੇ, ਹਰ ਜਾਤ ਪਾਤ ਦੇ ਲੋਕ, ਹਰ ਕਿੱਤੇ ਦੇ ਲੋਕ ਜਿਹੜੇ ਆ ਉਹ ਇਸ ਅੰਦੋਲਨ ਜੁੜੇ। ਲੇਕਿਨ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਬਣਾਉਣ ਦੀ ਲੋੜ ਜਿਹੜੀ ਕਿਉਂ ਪਈ? ਕੀ ਤੁਸੀਂ ਦਾਅਵਾ ਕਰ ਰਹੇ ਸੀ ਕਿ ਲੋਕਾਂ ਦੀ ਮੰਗ ਸੀ? ਕੀ ਕੋਈ ਸਰਵੇ ਕਰਾਇਆ ਗਿਆ ਸੀ ਇਸ ਲਈ ਕਿ ਇੱਕ ਪੋਲੀਟੀਕਲ ਪਾਰਟੀ ਬਣਾਈ ਜਾਵੇ, ਪੰਜਾਬ ਜਿਹੜਾ ਹੈ ਉਹ 'ਚ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਜਾਵੇ? ਇੱਕ ਤਾਂ ਦੂਸਰਾ ਲੈ ਲਓ। ਹੈਲੋ, ਇੱਕ ਤਾਂ ਜੀ ਉਹ ਪੋਲੀਟੀਕਲ ਪਾਰਟੀ ਦੀ ਹੈ, ਕਲੈਰੀਫਾਈ ਕਰਨ ਨੂੰ ਤੁਹਾਡਾ ਮੰਚ ਮਿਲਿਆ ਹੀ ਕਰ ਦਈਏ। ਸੰਯੁਕਤ ਸਮਾਜ ਮੋਰਚਾ ਕਦੀ ਪਾਰਟੀ ਨਹੀਂ ਹੁੰਦਾ। ਇਹ ਇੱਕ ਪਲੈਟਫਾਰਮ ਤਿਆਰ ਹੋਇਆ, ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਪਹਿਲ ਕੀਤੀ ਹੈ। ਇਕੱਲਾ ਕਿਸਾਨ ਜਥੇਬੰਦੀਆਂ ਇਲੈਕਟੋਰਲ ਪੋਲਿਟਿਕਸ 'ਚ ਨਹੀਂ ਆ ਸਕਦੀਆਂ। ਇਲੈਕਟੋਰਲ ਪੋਲਿਟਿਕਸ ਆਉਣ ਲਈ ਹਰ ਵਰਗ ਹੁੰਦਾ, ਹਰ ਵਰਗ ਦੀ ਅਲੱਗ-ਅਲੱਗ ਨੁਮਾਇੰਦਗੀ ਹੁੰਦੀ ਆ, ਤਾਂ ਉਹ ਇੱਕ ਪੋਲੀਟੀਕਲ ਪਾਰਟੀ ਬਣਦੀ ਆ। ਅਸੀਂ ਇੱਕ ਵਰਗ ਤੋਂ ਆਉਂਦੇ ਹਾਂ, ਕਿਸਾਨੀ ਵਰਗ 'ਚੋਂ ਆਉਂਦੇ ਹਾਂ, ਅਤੇ ਕਿਸਾਨਾਂ ਦੇ ਇੱਕ 22 ਜਥੇਬੰਦੀਆਂ ਨੇ ਉਹ ਇੱਕ ਪਲੈਟਫਾਰਮ ਤਿਆਰ ਕੀਤਾ, ਪੋਲੀਟੀਕਲ ਪਲੈਟਫਾਰਮ, ਵੀ ਇਹ 'ਤੇ ਪੋਲੀਟੀਕਲ ਲੜਾਈ ਲੜੀ ਜਾਊਗੀ। ਜਿਹੜੀ ਸੰਘਰਸ਼ ਦੀ ਲੜਾਈ ਆ ਉਹ ਸੜਕਾਂ 'ਤੇ ਆ, ਜਿਵੇਂ ਗੋਰਾ ਸਾਹਿਬ ਨੇ ਕਿਹਾ, ਜਿਹੜੀਆਂ ਮੰਗਾਂ ਨੇ ਉਹ ਉੱਥੇ ਸੰਘਰਸ਼ ਕਰਕੇ ਹੀ ਪੂਰੀਆਂ ਮਿਲਦੀਆਂ, ਸਰਕਾਰੀ ਤੌਰ 'ਤੇ ਪੂਰੀਆਂ ਨਹੀਂ ਮਿਲ ਸਕਦੀਆਂ। ਤਾਂ 3 ਤਰੀਕੇ ਹੁੰਦੇ ਆ, ਇੱਕ ਸੰਘਰਸ਼ ਕਰਕੇ, ਇੱਕ ਰਾਜਨੀਤੀ ਦੇ ਵਿੱਚ ਤੁਸੀਂ ਜੇ ਆਪਣੇ ਨੁਮਾਇੰਦੇ ਭੇਜਦੇ ਹੋ ਤਾਂ ਨੁਮਾਇੰਦੇ ਤੁਹਾਡੀ ਉੱਥੇ ਰਾਖੀ ਰੱਖਦੇ ਆ। ਜਿਹੜੇ ਵਰਗ ਤੋਂ ਤੁਸੀਂ ਆਉਂਦੇ ਹੋ ਤੁਸੀਂ ਉਸ ਵਰਗ ਦੀ ਰਾਖੀ ਰੱਖ ਸਕਦੇ ਹੋ ਜੇ ਨੁਮਾਇੰਦੇ ਪਹੁੰਚਦੇ ਆ। ਤਾਂ ਜਾਂ ਇੱਕ ਕੋਰਟਸ ਦਾ ਤਰੀਕਾ ਹੁੰਦਾ ਤੁਸੀਂ ਆਪਣੇ ਨਿਆਂ ਲੈਣ ਦਾ, ਅਤੇ ਤੀਜਾ ਤਰੀਕਾ ਆਪਣੇ ਡੈਮੋਕ੍ਰੇਸੀ 'ਚ ਇਹ ਆ। ਆਪਾਂ ਡੈਮੋਕ੍ਰੇਟਿਕ ਕੰਟਰੀ 'ਚ ਬੈਠਦੇ ਹਾਂ ਤਾਂ ਸਾਰਿਆਂ ਨੂੰ ਹੱਕ ਆ ਇੱਕ ਰਾਜਨੀਤੀ 'ਚ ਆਉਣ ਦਾ। ਅਤੇ ਪਲੈਟਫਾਰਮ ਤਾਂ ਤਿਆਰ ਕੀਤਾ ਗਿਆ ਵੀ ਜਿਹੜੀਆਂ ਪਾਰਟੀਆਂ ਨੇ, ਕਿਉਂਕਿ ਸਾਡਾ, ਤੁਸੀਂ SKM ਤੋਂ ਵੀ ਆਏ ਆ ਸੰਘਰਸ਼ ਕਰਕੇ, ਮੈਂਬਰ ਬੈਠੇ ਨੇ ਸਾਡੇ, ਮੌਕੇ ਦੀਆਂ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਨਹੀਂ ਦਿੱਤਾ ਸਾਡਾ ਹੱਕ ਕਿਸਾਨੀ ਦਾ, ਤਾਂ ਸਾਨੂੰ ਸੜਕਾਂ 'ਤੇ ਰੋਣਾ ਪਿਆ। ਅੱਜ ਜਿਹੜੀ ਤੁਸੀਂ ਗੱਲ ਕੀਤੀ ਸੀ ਪਹਿਲਾਂ ਵੀ ਆਪਾਂ ਉੱਥੇ ਜੇ ਅੰਦੋਲਨ ਜਿੱਤ ਕੇ ਵੀ ਆਏ ਤਾਂ 3 ਰਿਪੀਲ ਕਰਾ ਕੇ ਆਏ ਆ ਲਾਅ, 3 ਰਿਪੀਲ ਕਰਾਉਣ ਨੂੰ ਤਕਰੀਬਨ 1.25 ਸਾਲ ਲੱਗ ਗਿਆ। ਅਤੇ ਉਹ ਜਿਹੜੀਆਂ ਆਪਣਾ ਸਿਸਟਮ ਆ ਡੈਮੋਕ੍ਰੇਟਿਕ ਜਾਂ ਜਿਵੇਂ ਵਰਤਿਆ ਗਿਆ, ਉਹਨਾਂ ਨੇ 4 ਮਿੰਟ ਦੇ ਵਿੱਚ ਲੋਕ ਸਭਾ 'ਚ ਅਤੇ 5 ਮਿੰਟ 'ਚ ਰਾਜ ਸਭਾ 'ਚ ਬਿੱਲ ਵਾਪਸ ਲੈ ਲਏ। ਅਤੇ ਸਾਨੂੰ 1.25 ਸਾਲ ਸੜਕਾਂ 'ਤੇ ਬਿਠਾਈ ਰੱਖਿਆ। ਇਹ ਕੋਈ ਦਰਦ ਨਹੀਂ, 720 ਕਿਸਾਨ ਤੋਂ ਉੱਪਰ ਸ਼ਹੀਦ ਹੋ ਗਏ। ਸਾਨੂੰ ਇੱਕ ਰਿਪੀਲ ਕਰਾਉਣ ਪਿੱਛੇ ਲਾਅ ਨੂੰ ਉੱਤੇ ਸੜਕਾਂ 'ਤੇ ਬੈਠਣਾ ਪੈ ਗਿਆ। ਤਾਂ ਇੱਕ ਰਸਤਾ ਜਿਹੜਾ ਉਹ ਆ ਜਿਹੜਾ ਕਾਮਯਾਬ ਹੋਇਆ, ਅਸੀਂ ਜਿੱਤੇ ਹਾਂ, ਪਰ ਸਮਾਂ ਕਿੰਨਾ ਲੱਗਿਆ, ਐਨਰਜੀ ਕਿੰਨੀ ਲੱਗੀ, ਸਾਡਾ ਪੈਸਾ ਕਿੰਨਾ ਲੱਗਿਆ, ਅਤੇ ਕਿੰਨੀਆਂ ਸਾਡੀਆਂ ਜਾਨਾਂ ਚਲੇ ਗਈਆਂ ਉਹਦੇ 'ਚ। ਤਾਂ ਇੱਕ ਦੂਜਾ ਪਲੈਟਫਾਰਮ ਵੀ ਤਿਆਰ ਕੀਤਾ ਗਿਆ ਵੀ ਇਹ ਪਲੈਟਫਾਰਮ ਆ, ਹੁਣ ਅਸੀਂ ਤਾਂ ਲੜਾਈ ਜਿੱਤੇ ਆਏ, ਅਸੀਂ ਇੱਦਾਂ ਵੀ ਜਿੱਤ ਲਾਂਗੇ। ਜਥੇਬੰਦੀਆਂ ਸਾਡੀਆਂ 32 ਸਾਡੇ ਇਕੱਠੀਆਂ ਰਲਦੀਆਂ, SKM ਸਾਡਾ ਬਣ ਗਿਆ, ਬਹੁਤ ਵਧੀਆ ਲੜਾਈ ਅਸੀਂ ਹੁਣ ਨੈਸ਼ਨਲ ਲੈਵਲ ਤੇ ਦੇ ਸਕਦੇ। ਸਾਡਾ SKM ਜਿਹੜਾ ਬਣਿਆ ਹੋਇਆ ਬਹੁਤ ਵਧੀਆ। ਲੇਕਿਨ SKM ਦੇ ਜਿਹੜੇ ਵੱਡੇ ਨੇਤਾ ਨੇ, ਗੁਰਾਂ ਸਾਹਿਬ ਇੱਥੇ ਬੈਠੇ ਆ, ਟਕੈਤ ਸਾਹਿਬ ਦਾ ਮੈਂ ਸਵੇਰੇ ਸਟੇਟਮੈਂਟ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਲੋਕ ਪੋਲਿਟਿਕਸ ਚਾਹੁੰਦੇ ਹੋ ਤੇ ਅਸੀਂ ਤੁਹਾਡੇ ਤੋਂ ਅਲਾਇਦਾ ਹੋ ਜਾਵਾਂਗੇ ਔਰ SKM ਦਾ ਹਿੱਸਾ ਤੁਸੀਂ ਸ਼ਾਇਦ ਨਹੀਂ ਬਣੇ ਰਹੋਗੇ। ਸਵੇਰੇ ਉਹਨਾਂ ਦਾ ਸਟੇਟਮੈਂਟ ਆਇਆ। ਇਹ ਸਵਾਲ ਭੰਗੂ ਸਾਹਿਬ ਤੋਂ ਲੈ ਲੈਂਦੇ ਆ। ਮੈਂ ਜੀ ਤੁਸੀਂ ਬੋਲ। ਕਲੀਅਰ ਕਰ ਦਿੰਦਾ। ਇਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਇਲੈਕਟੋਰਲ ਪੋਲਿਟਿਕਸ ਜਾਣਗੇ, ਅੱਗੇ ਅਸੀਂ ਰਾਜਨੀਤੀ ਉੱਥੇ ਫਰੰਟ ਤੇ ਨਹੀਂ ਚੜ੍ਹਨ ਦਿੱਤੇ SKM, ਉਹ ਅੱਜ ਵੀ ਫੈਸਲਾ ਹੈਗਾ, ਉਹ ਐਗਜ਼ਿਸਟ ਕਰਦਾ। ਜਿਹੜੇ ਸਾਡੀ ਗੈਰ ਸਿਆਸੀ ਜਥੇਬੰਦੀਆਂ ਨੇ ਉਹ ਉੱਥੇ ਜਾਣਗੀਆਂ, ਜਥੇਬੰਦੀਆਂ ਪਾਰਟ ਨੇ। ਜਿਹੜਾ ਇਲੈਕਟੋਰਲ ਪੋਲਿਟਿਕਸ ਪਾਰਟ ਲਊਗਾ, ਜੇ ਸਾਡੇ ਜਥੇਬੰਦੀ 'ਚੋਂ ਲੈਂਦਾ ਉਹ ਅਸਤੀਫਾ ਦੇ ਕੇ ਜਾਊਗਾ ਆਪਣੇ ਜਥੇਬੰਦੀ 'ਚੋਂ। ਇੱਕ ਜੇ ਪਲੈਟਫਾਰਮ 'ਤੇ ਜਾਂਦਾ ਤਾਂ ਉਹ ਪਲੈਟਫਾਰਮ ਦੇ ਵਿੱਚ ਉਹ ਖੜਾ ਹੋ ਜਾਊਗਾ, ਉਹ ਉੱਥੇ ਨਹੀਂ ਬੈਠ ਸਕੂਗਾ। SKM ਇੱਕ ਸਾਫ ਸੁਥਰਾ ਪਲੈਟਫਾਰਮ ਆ, ਉਹ ਬੜਾ ਵੱਡਾ ਦਰਖਤ ਆ। ਇਹ ਜਿਹੜੀ ਇੱਕ ਬ੍ਰਾਂਚ ਅਸੀਂ ਕੋਸ਼ਿਸ਼ ਕੀਤੀ ਹੈ ਇੱਕ ਨਿਕਲਣ ਦੀ ਰਾਜਨੀਤੀ 'ਚ, ਇਹ ਅਲੱਗ ਆ। ਉਹ ਤਾਂ ਬਹੁਤ ਵੱਡਾ ਦਰਖਤ ਆ, ਅਸੀਂ ਉਹਦੀ ਛਾਂ ਮਾਣ ਰਹੇ ਹਾਂ ਅਤੇ ਉਹਦੇ ਫੈਸਲੇ ਮਨਜ਼ੂਰ ਵੀ ਕਰਦੇ ਹਾਂ ਅਤੇ ਮਨਜ਼ੂਰ ਕਰਦੇ ਰਹਾਂਗੇ। ਹਮੇਸ਼ਾ ਜਥੇਬੰਦੀ ਜਿਹੜਾ ਵੀ SKM ਦਾ ਫੈਸਲਾ ਹੁੰਦਾ ਉਹ ਮਨਜ਼ੂਰ ਕਰਦੀ ਰਹੀ। ਅੱਛਾ ਭੱਗੂ ਸਾਹਿਬ, ਤੁਸੀਂ ਮੰਚ ਜਿਹੜਾ ਹੈ ਉਹ ਦਿੱਤਾ ਨਹੀਂ ਸੀ ਪੋਲੀਟੀਕਲ ਪਾਰਟੀਆਂ ਨੂੰ।
ਅਕਾਲੀ ਦਲ ਜਦੋਂ ਪ੍ਰੋਟੈਸਟ ਕਰਦਾ ਸੀ ਉਹ ਕਹਿੰਦੇ ਉਹਨਾਂ ਅਕਾਲੀ ਦਲ ਦਾ ਇੱਕ ਸਵਾਲ ਸੀ ਕਿ ਇਹ ਜ਼ਰੂਰ ਪੁੱਛੋ ਕਿ ਹੁਣ ਤੁਸੀਂ ਜਦੋਂ ਪ੍ਰੋਟੈਸਟ ਕਰਾਂਗੇ ਕੀ ਸਾਨੂੰ ਹੱਕ ਹੈਗਾ ਤੁਹਾਨੂੰ ਰੋਕਣ ਦਾ, ਕਿਉਂਕਿ ਬਾਰ-ਬਾਰ ਇੱਕ ਗੱਲ ਹੋ ਰਹੀ ਸੀ ਕਿ ਪੋਲੀਟੀਸ਼ੀਅਨ ਜਿਹੜੇ ਆ ਉਹ ਇਸ ਤੋਂ ਅਲੱਗ ਰਹਿਣ। ਲੇਕਿਨ ਤੁਸੀਂ ਪੋਲਿਟਿਕਸ ਦੇ ਵਿੱਚ ਆ ਗਏ ਹੋ, ਹੁਣ ਲੋਕਾਂ ਨੂੰ ਕਿਵੇਂ ਜਸਟੀਫਾਈ ਕਰੋਗੇ ਕਿ ਤੁਸੀਂ ਕੋਈ ਨਵੀਂ ਸੋਚ ਲੈ ਕੇ ਆਏ ਹੋ ਜਾਂ ਤੁਸੀਂ ਕੁਝ ਅਜਿਹੀ ਦਵਾਈ ਦਿਓਗੇ ਸ਼ਾਇਦ ਉਹਦਾ ਕਿਸਾਨ ਜਿਹੜਾ ਬਿਮਾਰ ਚੱਲ ਰਿਹਾ ਉਹ ਠੀਕ ਕਰ ਦੋਗੇ ਤੁਸੀਂ? ਦੇਖੋ, ਪਹਿਲਾਂ ਤਾਂ ਬਹੁਤ ਧੰਨਵਾਦ ਹੈ ਤੁਹਾਡੇ ਚੈਨਲ ਦਾ, ਜਿਨ੍ਹਾਂ ਨੇ ਮੈਂ ਕਹਾਂਗਾ ਵੀ ਯੂ ਹੈਵ ਟੇਕਨ ਏ ਲੀਡ ਟੂ ਫੋਕਸ ਦੀ ਟਾਕ ਐਕਸਕਲੂਸਿਵਲੀ ਔਨ ਐਗਰੀਕਲਚਰ। ਹੋਰ ਕਿਸੇ ਚੈਨਲ ਨੇ ਨਹੀਂ ਲਈ ਹੈ। ਸੋ ਐਟ ਦਾ ਆਊਟਸੈਟ ਆਈ ਐਮ ਥੈਂਕਫੁਲ ਟੂ ਯੋਰ ਚੈਨਲ। ਦੂਜਾ ਤੁਹਾਡਾ ਸਵਾਲ ਹੈ ਸਾਡੇ ਐਸਐਸਐਮ ਬਾਰੇ। ਕਾਦੀਆਂ ਸਾਹਿਬ ਨੇ ਠੀਕ ਕਿਹਾ ਕਿ ਐਸਐਸਐਮ ਹੈ ਜਿਹੜਾ ਇਹ ਇੱਕ ਪੋਲੀਟੀਕਲ ਪਾਰਟੀ ਨਹੀਂ ਹੈ, ਕਿਉਂਕਿ ਅਸੀਂ ਡਿਫਰੈਂਟ ਥਾਟ ਦੇ ਬੰਦੇ ਹਾਂ, ਅਲੱਗ-ਅਲੱਗ ਕਿਸਾਨ ਆਰਗੇਨਾਈਜੇਸ਼ਨ ਨੇ, ਅਲੱਗ-ਅਲੱਗ ਵਿਚਾਰਧਾਰਾ ਨੇ। ਇਸ ਲਈ ਅਸੀਂ ਇੱਕ ਮੋਰਚਾ ਫਲੋਟ ਕੀਤਾ ਹੈ, ਪਾਰਟੀ ਨਹੀਂ ਫਲੋਟ ਕੀਤੀ। ਮੋਰਚੇ ਦਾ ਇੱਕ ਸਪੈਸੀਫਿਕ ਏਜੰਡਾ ਹੋਏਗਾ। ਹੁਣ ਪੋਲੀਟੀਕਲ ਪਾਰਟੀ ਦਾ ਸਵਾਲ ਹੈ। ਅੱਜ ਤਾਂ ਪੰਜਾਬ ਨੂੰ ਦੇਖਿਆ, ਪੰਜਾਬ ਦੀ ਇਨਸੈਪਸ਼ਨ ਤੋਂ ਦੇਖੋ ਤੁਸੀਂ ਕਿ ਇਹ ਦੋ ਪਾਰਟੀਆਂ ਨੇ ਜਿਹੜੀਆਂ ਬਦਲ ਕੇ ਰਾਜ ਕਰਦੀਆਂ ਨੇ। ਬਾਈਪੋਲਰ ਪੋਲਿਟਿਕਸ ਹੈ ਪੰਜਾਬ ਦੇ ਵਿੱਚ, ਔਰ ਪੰਜਾਬ ਦੇ ਲੋਕ ਫੈਡ ਅਪ ਨੇ ਇਸ ਪੋਲਿਟਿਕਸ ਤੋਂ। ਬੜੀ ਦੇਰ ਤੋਂ ਪੰਜਾਬ ਦੇ ਲੋਕਾਂ 'ਚ ਤਾਂਘ ਹੈ ਕਿ ਕੋਈ ਪ੍ਰੋ ਪੀਪਲ ਅਲਟਰਨੇਟਿਵ ਦਾ ਮਰਜ ਹੋਵੇ। ਬੜੀ ਵਾਰੀ ਟਰਾਈ ਕੀਤੀ, ਨਹੀਂ ਮਰਜ ਹੋਇਆ। ਤਾਂ ਲੋਕ ਕਿਤੇ ਨਾ ਕਿਤੇ ਬਹੁਤ ਵੱਡਾ ਸੰਘਰਸ਼ ਜਿਹੜਾ ਦਿੱਲੀ ਜਿੱਤਿਆ ਗਿਆ, ਸਾਰੇ ਪੰਜਾਬ ਦੇ ਹਰ ਵਰਗ ਦੇ ਜਿਹੜੇ ਭਾਈਚਾਰਾ, ਹਰ ਵਰਗ ਜਿਹੜਾ ਇਸ ਦੇ ਵਿੱਚ ਸ਼ਾਮਲ ਸੀ, ਉਹਨਾਂ ਦੀ ਸ਼ਮੂਲੀਅਤ ਦੇ ਨਾਲ, ਉਹਨਾਂ ਦੀਆਂ ਭਾਵਨਾਵਾਂ, ਸਾਨੂੰ ਦੀ ਇੱਛਾ ਸੀ ਕਿ ਐਡੀ ਵੱਡਾ ਸੰਘਰਸ਼ ਤੁਸੀਂ ਦਿੱਲੀ ਜਿੱਤਿਆ ਹੈ, ਐਡੇ ਵੱਡੇ ਹਾਕਮ ਨੂੰ ਝੁਕਾਇਆ ਹੈ, ਤਾਂ ਪੰਜਾਬ 'ਚ ਤਾਂ ਕੋਈ ਬਦਲ ਲਿਆਓ, ਪੰਜਾਬ 'ਚ ਕੋਈ ਤਬਦੀਲੀ ਕਰੋ। ਲੋਕ ਤਾਂ ਦਿੱਲੀ ਦੀ ਤਾਂਘ ਦੇ ਵਿੱਚ ਸੀ। ਸੋ ਲੋਕਾਂ ਦੀ ਇੱਛਾ ਅਨੁਸਾਰ ਇਹ ਜਿਹੜਾ ਮੋਰਚੇ ਦਾ ਗਠਨ ਕੀਤਾ ਹੈ, ਔਰ ਮੋਰਚਾ ਇਸ ਕਿਸਮ ਦਾ ਹੈ, ਉਸ ਕਿਸਮ ਦੇ ਔਰਨਾਮੈਂਟਲ ਪ੍ਰੋਗਰਾਮ ਨਹੀਂ ਦੇਣੇ ਜਿਹੜਾ ਤੁਸੀਂ ਅਕਾਲੀ ਦਲ ਜਾਂ ਕਾਂਗਰਸ ਨੇ ਕਿਹਾ। ਇਹ ਟ੍ਰੈਡੀਸ਼ਨਲ ਪਾਰਟੀਆਂ ਟ੍ਰੈਡੀਸ਼ਨਲ ਪ੍ਰੋਗਰਾਮ ਦੇ ਰਹੇ ਹੈ। ਅਸੀਂ ਕੁਝ ਦੇਰ ਪਹਿਲਾਂ, ਤੁਹਾਨੂੰ ਯਾਦ ਹੋਵੇ, ਇੱਥੇ ਕਨਵੈਨਸ਼ਨ ਸੈਂਟਰ ਦੀ ਇੱਕ ਮੀਟਿੰਗ ਕੀਤੀ ਸੀ, ਸਾਰੀ ਪਾਰਟੀਆਂ ਨੂੰ ਬੁਲਾਇਆ ਉਹਦੇ ਵਿੱਚ, ਔਰ ਬੁਲਾ ਕੇ ਸਪੈਸੀਫਿਕ ਕਿਹਾ ਸੀ ਕਿ ਤੁਹਾਡਾ ਜਿਹੜਾ ਮੈਨੀਫੈਸਟੋ ਹੈ ਇਟ ਸ਼ੁੱਡ ਬੀ ਏ ਲੀਗਲ ਡਾਕੂਮੈਂਟ। ਇਹ ਨਹੀਂ ਕਿ ਤੁਸੀਂ ਇੱਕ ਚੀਜ਼ ਕਹਿ ਕੇ ਭਰਮਾ ਕੇ ਲੋਕਾਂ ਦੀ ਵੋਟਾਂ ਲਓ ਔਰ 5 ਸਾਲ ਨੂੰ ਭੁੱਲ ਜਾਓ। ਦੇਅਰ ਸ਼ੁੱਡ ਬੀ ਏ ਰੋਡ ਮੈਪ। ਇਹਦਾ ਇੱਕ ਬਣਾਓ ਕਿ ਪਹਿਲੇ 6 ਮਹੀਨੇ 'ਚ ਕੀ ਪੂਰਾ ਕਰੋਗੇ, ਅਗਲੇ 6 ਮਹੀਨੇ 'ਚ ਕੀ ਪੂਰਾ ਕਰਨਾ ਹੈ। ਇਹ ਤਾਂ ਹੁਣ ਇਹ ਜਿਸ ਤਰ੍ਹਾਂ ਕਾਂਗਰਸ ਪਾਰਟੀ ਹੈ। ਲੇਕਿਨ ਜਿਹੜੇ ਸਾਰੇ ਸਵਾਲ ਹੈ, ਜਿਹੜੇ ਸਾਰੇ ਸਵਾਲ ਹੈ, ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਜੋ ਵੀ ਉਹਨੂੰ ਲੀਗਲਾਈਜ਼ ਕਰੋ, ਉਹ ਵੀ ਇਹੀ ਗੱਲ ਕਹਿ ਰਹੇ ਆ। ਆਮ ਆਦਮੀ ਪਾਰਟੀ ਬੈਠੀ, ਆਮ ਆਦਮੀ ਪਾਰਟੀ ਦਾ ਕਹਿਣਾ ਕਿ ਅਸੀਂ ਨਵਾਂ ਐਕਸਪੈਰੀਮੈਂਟ ਕਰ ਰਹੇ ਹਾਂ, ਨਵੇਂ ਲੋਕ ਲਿਆਏ ਹਾਂ। ਤੁਸੀਂ ਵੱਖਰੇ ਕਿਵੇਂ, ਕੀ ਐਕਸਪੈਰੀਮੈਂਟ ਕਰਨ ਵਾਲੇ? ਕਿਉਂਕਿ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਨਵੇਂ ਲੋਕ ਜਿਹੜੇ ਹਰ ਸਮਾਜ, ਹਰ ਵਰਗ ਨਾਲੋਂ, ਜਿਹੜੇ ਹਰ ਵਰਗ ਨੂੰ ਰਿਪਰੈਜ਼ੈਂਟ ਕਰਦੇ, ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ। ਤੁਹਾਡੀ ਪਾਰਟੀ ਕਿਵੇਂ ਵੱਖਰੀ ਹੋਊਗੀ? ਕਿਉਂਕਿ ਅਕਾਲੀ ਦਲ ਵੀ ਦਾਅਵਾ ਕਰਦਾ ਕਿ ਕਿਸਾਨਾਂ ਦੀ ਪਾਰਟੀ ਹੈ, ਪਿੰਡਾਂ ਦੀ ਪਾਰਟੀ ਹੈ, ਤੁਸੀਂ ਵੱਖਰੇ ਕਿਵੇਂ ਹੋਗੇ? ਉਹ ਦਾਅਵਾ ਹੀ ਕਰਦੇ ਆ, ਇਸ਼ਾਵਾਂ ਤੇ ਪੂਰਾ ਤਾਂ ਨਹੀਂ ਉਤਰੇ ਹੁਣ ਤੱਕ। ਜੇ ਪੂਰਾ ਉਤਰਦੇ ਤਾਂ ਇਹ ਹਸ਼ਰ ਪੰਜਾਬ ਦਾ ਕਿਉਂ ਹੁੰਦਾ? ਪੰਜਾਬ 'ਚ ਅੱਜ ਐਗਰੀਕਲਚਰ ਦੀ ਕੀ ਹਾਲਤ ਹੈ, ਪੰਜਾਬ 'ਚ ਕਰਪਸ਼ਨ ਕਿੰਨੀ ਹੈ, ਸਾਰੇ ਲੈਂਡ ਮਾਫੀਆ ਨੇ। ਭਾਵੇਂ ਕੋਈ ਲੈਂਡ ਹੈ, ਸੈਂਡ ਹੈ, ਲਿਕਰ ਹੈ, ਕਿਹੜਾ ਮਾਫੀਆ ਨਹੀਂ ਜਿਨ੍ਹਾਂ ਨੇ ਖਜ਼ਾਨੇ ਨੂੰ ਲੁੱਟ ਕੇ ਨਹੀਂ ਖਾਧਾ? ਇਹ ਸਾਰੇ ਉਹੀ ਲੋਕ ਨੇ। ਇਹ ਬਦਲ ਕੇ ਪਾਰਟੀ ਨਾਲ ਜਿਨ੍ਹਾਂ ਦੀ ਲੁੱਟਿਆ ਵੀ ਹੈ ਤਾਂ ਕੁੱਟਿਆ ਵੀ ਹੈ। ਇਹਨਾਂ ਲੋਕਾਂ ਨੂੰ ਕੋਈ ਨਜਾਤ ਨਹੀਂ ਚਾਹੀਦੀ। ਕੋਈ ਅਲਟਰਨੇਟਿਵ ਜੇ ਲੋਕਾਂ ਸਾਹਮਣੇ ਆਊਗਾ, ਕੋਈ ਪ੍ਰੋਗਰਾਮ ਅਲਟਰਨੇਟਿਵ ਆਏਗਾ। ਅਸੀਂ ਇੱਕ ਕੰਕਰੀਟ ਏਜੰਡਾ ਲੈ ਕੇ ਆ ਰਹੇ ਹਾਂ। That will come before you after some days. ਦੇਖੋ, ਹੁਣ ਤੁਹਾਡੀ ਪੋਲੀਟੀਕਲ ਪਾਰਟੀ ਹੈ, ਬਾਰ-ਬਾਰ ਸਵਾਲ ਉੱਠਣਗੇ, ਕਿਉਂਕਿ ਪਹਿਲਾਂ ਤੁਹਾਡੇ ਤੇ ਸਵਾਲ ਕਰਨਾ ਬੜਾ ਮੁਸ਼ਕਿਲ ਸੀ। ਹੁਣ ਪੋਲੀਟੀਕਲ ਪਾਰਟੀ ਬਹੁਤ ਸਵਾਲ ਉੱਠਣਗੇ। ਉਗਰਾਹਾਂ ਸਾਹਿਬ, ਇੱਕ ਸਵਾਲ ਤੁਹਾਡੇ ਤੋਂ ਲੈਂਦੇ ਆ। 34 ਵਿੱਚੋਂ 22 ਕਰੀਬ ਪਾਰਟੀਆਂ ਜਿਹੜੀਆਂ ਨੇ, ਉਹ ਜਿਹੜੀਆਂ ਜਥੇਬੰਦੀਆਂ ਸੀ, ਉਹਨੂੰ ਪਾਰਟੀ ਬਣਾਉਣ ਨੂੰ ਸਹਿਮਤੀ ਦਿੱਤੀ ਹੈ। ਕੀ ਵਜ੍ਹਾ ਹੈ ਤੁਸੀਂ ਪਾਰਟੀ ਦੇ ਜਿਹੜੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਰਹੇ? ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਦੀ ਆਵਾਜ਼ ਹੈ ਕਿ ਜਿਹੜਾ ਇੱਕ ਬੜੀ ਵੱਡੀ ਜਿੱਤ ਮਿਲੀ ਹੈ, ਔਰ ਲੋਕ ਜਿਹੜੇ ਚਾਹੁੰਦੇ ਹੈ ਕਿ ਇੱਕ ਪੋਲੀਟੀਕਲ ਪਾਰਟੀ ਬਣਾ ਕੇ ਪੰਜਾਬ ਨੂੰ ਸਵਾਰਿਆ ਜਾਵੇ। ਤੁਸੀਂ ਇਹਦਾ ਹਿੱਸਾ ਕਿਉਂ ਨਹੀਂ ਬਣਨਾ ਚਾਹੁੰਦੇ? ਦੇਖੋ, ਇਹਨਾਂ ਸਾਥੀਆਂ ਦੀ ਸਮਝ ਹੈ, ਆਜ਼ਾਦ ਨੇ ਇਹ। ਅਸੀਂ ਵੱਖ-ਵੱਖ ਵਿਚਾਰਾਂ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਮਿਨੀਮਮ ਪ੍ਰੋਗਰਾਮ ਦੇ ਉੱਤੇ ਇਕੱਠੇ ਹੋਏ ਸੀ, ਲੜੇ ਆ ਅਤੇ ਲੜ ਕੇ ਜਿੱਤੇ ਹਾਂ। ਅਸੀਂ ਉੱਥੇ ਆਪਦੀ ਸਾਂਝ ਪਗਾਏ। ਇੱਥੇ ਆਉਣ ਤੋਂ ਬਾਅਦ ਕੋਈ ਚੋਣਾਂ ਲੜਨਾ ਚਾਹੁੰਦਾ, ਕੋਈ ਪਾਰਟੀ ਬਣਾਉਣਾ ਚਾਹੁੰਦਾ, ਤੁਸੀਂ ਵੀ ਬਣਾ ਸਕਦੇ ਹੋ, ਸਾਥੀ ਵੀ ਬਣਾ ਸਕਦੇ ਨੇ। ਸਾਨੂੰ, ਅਸੀਂ ਇਹਨਾਂ ਦੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ, ਕਿਉਂਕਿ ਸਾਡੀ ਬਹੁਤ ਲੰਮੀ ਸਾਂਝ ਇਹਨਾਂ ਨਾਲ ਚੱਲੀ ਹੈ। ਪਰ ਜਦੋਂ ਜੇ ਕੱਲ੍ਹ ਨੂੰ ਫਰਜ਼ ਕਰ ਲਓ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ, ਫਿਰ ਅਸੀਂ ਤਾਂ ਇਹਨਾਂ ਨੂੰ ਉਵੇਂ ਹੀ ਦੇਖਾਂਗੇ ਜਿਵੇਂ ਅਸੀਂ ਹੁਣ ਕਾਂਗਰਸ ਵਾਲਿਆਂ ਨੂੰ ਦੇਖ ਰਹੇ ਹਾਂ। ਅਤੇ ਮੁਰਦਾਬਾਦ ਦੇ ਨਾਅਰੇ ਇਹਨਾਂ ਵਾਸਤੇ ਵੀ ਤਿਆਰ ਨੇ
ਜੇ ਬੇਰੁਜ਼ਗਾਰੀ ਦੂਰ ਨਾ ਹੋਈ, ਨਸ਼ੇ ਦਾ ਖਾਤਮਾ ਨਾ ਹੋਇਆ। ਸਾਥੀਆਂ ਨੂੰ ਆਉਣਗੀਆਂ ਸਮੱਸਿਆਵਾਂ, ਸਾਨੂੰ ਪਤਾ ਹੈ। ਸਾਡੀ ਇੱਕ ਸਮਝ ਬਣੀ ਹੈ, ਸਾਡੀ ਇੱਕ ਸਮਝ ਬਣੀ ਹੈ ਕਿ ਰਾਜਨੀਤੀ ਚਲਾਉਣੀ ਹੈ ਕਿ ਰਾਜਨੀਤੀ ਵਾਲਿਆਂ ਨੂੰ ਚਲਾਉਣਾ ਹੈ। ਸਾਡੀ ਆਪਣੀ ਜਥੇਬੰਦੀ ਦੀ ਇੱਕ ਸਮਝ ਹੈ। ਅਸੀਂ ਇਹ ਸਮਝਦੇ ਹਾਂ ਵੀ ਰਾਜਨੀਤੀ ਦੇ ਵਿੱਚ ਆਉਣਾ ਠੀਕ ਨਹੀਂ, ਲੋਕਾਂ ਨਾਲ ਧੋਖਾ। ਅਸੀਂ ਸਮਝਦੇ ਹਾਂ, ਸਾਡੀ ਜਥੇਬੰਦੀ ਸਮਝਦੀ ਹੈ ਕਿ ਜੇ ਕਿਰਤੀਆਂ ਦੀ ਅਗਵਾਈ ਕਰਕੇ ਇੱਕ ਥੜਾ ਮਜ਼ਬੂਤ ਕਰਨਾ, ਰਾਜਨੀਤਿਕ ਲੋਕਾਂ ਤੋਂ ਕੰਮ ਲੈਣਾ, ਤਾਂ ਰਾਜਨੀਤਿਕ ਲੋਕਾਂ ਦੇ ਬਰਾਬਰ ਦੀ ਇੱਕ ਤਾਕਤ ਖੜੀ ਕਰਕੇ ਉਹਨਾਂ 'ਤੇ ਆਪਦਾ ਪ੍ਰੈਸ਼ਰ ਅਤੇ ਉਹਨਾਂ 'ਤੇ ਆਪਣੀ ਦਬਾਅ ਪਾ ਕੇ ਉਹਨਾਂ ਤੋਂ ਹੀ ਮੰਗਾਂ ਮਨਵਾਈਆਂ ਜਾ ਸਕਦੀਆਂ ਨੇ। ਹੁਣ ਐਗਰੀਕਲਚਰ ਮਿਨਿਸਟਰ ਬੈਠੇ ਨੇ ਰਣਜੀਤ ਜੀ, ਇਹਨਾਂ ਨੂੰ ਪਿੱਛੋਂ ਦਿੰਦੇ ਸੀ ਨਰਮੇ ਦਾ ਮਾਮਲਾ ਇਹ। ਉਹਨਾਂ ਨੂੰ ਤੇ ਮੌਕਾ ਹੀ ਬੜਾ ਘੱਟ ਮਿਲਿਆ ਨਾ। ਪਹਿਲਾਂ ਤਾਂ ਕੈਪਟਨ ਸਾਹਿਬ ਚਲੋ ਠੀਕ ਹੈ, ਮਿਨਿਸਟਰ ਇਹਨਾਂ ਨੂੰ ਜਿੰਨਾ ਮੌਕਾ ਮਿਲਿਆ ਹੁਣ, ਪਹਿਲੀ ਵਾਰ ਤੇ ਪੰਜਾਬ ਨੂੰ ਐਕਟਿਵ ਇਹ ਮਿਨਿਸਟਰ ਗੱਲ ਮਿਲੇ। ਠੀਕ ਹੈ, ਮੌਕਾ ਕਿਸੇ ਨੂੰ ਘੱਟ ਮਿਲ ਗਿਆ, ਕਿਸੇ ਨੂੰ ਵੱਧ ਮਿਲ ਗਿਆ, ਚਲੋ ਇਹਨਾਂ ਨੂੰ ਜਿੰਨਾ ਮਿਲਿਆ। ਜਿਹੜੇ ਤੁਹਾਡੀ ਜਥੇਬੰਦੀਆਂ ਉਹ ਕਹਿੰਦੇ ਵੀ ਪੰਜਾਬ ਦਾ ਭਲਾ ਕਰਨ ਲਈ ਉਹ ਆ ਰਹੇ, ਤੁਸੀਂ ਨਹੀਂ ਚਾਹੁੰਦੇ ਪੰਜਾਬ ਦਾ ਭਲਾ ਹੋਵੇ? ਤੁਸੀਂ ਨਹੀਂ ਉਹਨਾਂ ਦਾ ਹਿੱਸਾ? ਅਸੀਂ ਕਿਉਂ ਨਹੀਂ ਚਾਹੁੰਦੇ? ਤੁਸੀਂ ਵੀ ਚਾਹੁੰਦੇ, ਅਸੀਂ ਵੀ ਚਾਹੁੰਦੇ ਹਾਂ, ਸਾਥੀ ਵੀ ਚਾਹੁੰਦੇ ਨੇ, ਪਰ ਚਾਹਣਾ ਤਾਂ ਨਹੀਂ ਗੱਲ ਹੁੰਦੀ। ਮੈਂ ਤਾਂ ਇਹ ਚਾਹੁੰਦਾ ਵੀ ਮੈਂ ਮਹਾਰਾਜਾ ਹੋਵਾਂ, ਪਰ ਹੈਗਾ ਮੈਂ ਮਜ਼ਦੂਰ ਹਾਂ। ਲੋਕਾਂ ਦੇ ਮਹਾਰਾਜਾ ਥੋੜ੍ਹਾ ਪੂਰੀ ਹੁੰਦੀ ਹੈ ਮੇਰੇ ਕਹਿਣ ਨਾਲ ਤੇ ਮੇਰੇ ਸੋਚਣ ਨਾਲ ਨਹੀਂ। ਅਸਲ ਵਿੱਚ ਕੀ ਹੈ, ਸਵਾਲ ਤਾਂ ਪਾਲਿਸੀ ਦਾ, ਸਵਾਲ ਨੀਤੀ ਦਾ, ਸਵਾਲ ਸਿਸਟਮ ਦਾ। ਕੋਈ ਇਹਨੂੰ ਕਿਸੇ ਤਰ੍ਹਾਂ ਦੇਖਦਾ, ਕੋਈ ਇਹਨੂੰ ਕਿਸੇ ਤਰ੍ਹਾਂ ਦੇਖਦਾ। ਸਾਥੀਆਂ ਦੀ ਇੱਛਾ ਹੈ, ਛਾਤੀ ਚੋਣ ਲੜ ਸਕਦੇ ਨੇ, ਦੇਖਣਾ ਚਾਹੀਦਾ। ਤੇ ਅਸੀਂ ਆਪਦੇ ਰਸਤੇ ਤੇ ਦੇਖਾਂਗੇ, ਇਹ ਆਪਦਾ ਰਾਹ ਦੇਖਣਗੇ। ਜੇ ਸਾਡੇ ਵਾਲਾ ਠੀਕ ਹੋਇਆ, ਇਹ ਸਾਡੇ ਵਾਲੇ ਆ ਜਾਣਗੇ। ਜੇ ਇਹਨਾਂ ਨਾਲ ਠੀਕ ਹੋਇਆ ਸੀ ਇਹਨਾਂ ਦੇ ਮਗਰ ਲੱਗ ਜਾ। ਲੇਕਿਨ ਇੱਕ ਦਾਅਵਾ ਕਰ ਰਿਹਾ ਕਿ ਇਹਨਾਂ ਨੇ ਇੱਕ ਸਰਵੇ ਕਰਾਇਆ ਸੀ ਔਰ ਬਹੁਤ ਸਾਰੇ ਲੋਕਾਂ ਦੀ ਮੰਗ ਹੈ ਕਿ ਪੰਜਾਬ ਦਾ ਭਲਾ ਕਰਨ ਲਈ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਗੇ ਆਉਣ, ਤੇ ਤੁਸੀਂ ਇਹ ਸਰਵੇ ਦਾ ਹਿੱਸਾ ਨਹੀਂ ਸੀਗੇ? ਨਹੀਂ, ਸਾਨੂੰ ਉਹ ਜਾਂ ਸਰਵਾ ਸਾਡੇ ਨਹੀਂ ਕੰਨਾਂ ਤੱਕ ਪਹੁੰਚਿਆ, ਇਹਨਾਂ ਦੇ ਤੱਕ ਪਹੁੰਚ ਗਿਆ। ਇਹਨਾਂ ਨੇ ਫੈਸਲਾ ਕਰ ਲਿਆ, ਚੰਗੀ ਗੱਲ ਹੈ। ਇਹ 'ਚ ਮਾੜਾ ਕੀ ਹੈ? ਵੈਲਕਮ। ਇਹ ਸਰਕਾਰ ਬਣਾਉਣ, ਤੁਸੀਂ ਵੀ ਅੱਜ ਮੀਡੀਆ ਵਾਲੇ ਸਾਰੇ ਇਕੱਠੇ ਹੋ ਕੇ ਸਰਕਾਰ ਬਣਾ ਲਓ, ਤੁਹਾਨੂੰ ਕੋਈ ਰੋਕੂਗਾ? ਇਸ ਤਰ੍ਹਾਂ ਦਾ ਇਹਨਾਂ ਨੇ ਫੈਸਲਾ ਕੀਤਾ। ਅੱਛਾ ਹਰਮੀਤ ਜੀ, ਕੀ ਮੈਨੀਫੈਸਟੋ ਹੋਊਗਾ ਤੁਹਾਡੀ ਪਾਰਟੀ ਦਾ? ਕਿਉਂਕਿ ਜਿੰਨੇ ਕੁ ਦਾਅਵੇ ਤੁਸੀਂ ਕਰਨੇ ਸੀ ਉਹ ਸਾਰੀ ਪੋਲੀਟੀਕਲ ਪਾਰਟੀਆਂ ਪਹਿਲਾਂ ਹੀ ਕਰ ਚੁੱਕੀਆਂ ਨੇ। ਫ੍ਰੀ ਬਿਜਲੀ ਜਾਂ ਕਰਜ਼ੇ ਮਾਫ ਕਰਨੇ ਆ ਜਾਂ ਹੋਰ ਵੀ ਜੋ ਡਿਮਾਂਡ ਸੀਗੀਆਂ, ਉਹ ਆਲਰੇਡੀ ਉਹਨਾਂ ਨੇ ਫ੍ਰੀਬੀਜ਼ ਦੇ ਕੇ, ਆਮ ਆਦਮੀ ਪਾਰਟੀ ਵਾਲੇ ਹੀ ਬੈਠੇ ਸਭ ਕੁਝ ਫ੍ਰੀ ਦੇਣ ਨੂੰ ਤਿਆਰ ਨੇ। ਤੁਸੀਂ ਕੀ ਕਰਨ ਵਾਲੇ ਹੋ ਕਿ ਤੁਹਾਨੂੰ ਜਿਹੜਾ ਮੈਨੀਫੈਸਟੋ 'ਚ ਕੀ ਇਹੋ ਜਿਹੀਆਂ ਵਿਜ਼ਨ ਡਾਕੂਮੈਂਟ ਚਾਹੇਗਾ ਕਿ ਪੰਜਾਬ ਦਾ ਭਲਾ ਤੁਸੀਂ ਕਰੋਗੇ, ਔਰ ਕਿਵੇਂ ਕਰਨ ਵਾਲੇ ਹੋ? ਇੱਕ ਤਾਂ ਗੱਲ ਚੇਂਜ ਕਰੋ, ਫੇਰ ਨਹੀਂ ਕਰ ਰਹੇ। ਦੇਖੋ ਸਾਡੀ ਮੁਸ਼ਕਲ ਆ ਗਈ, ਅਸੀਂ ਦੱਸਿਆ ਉਦਣ ਵੀ ਇਹ ਪਾਰਟੀ ਨਹੀਂ ਹੈ। ਫਿਰ ਤੁਸੀਂ ਪੋਲੀਟੀਕਲ ਤੇ ਪਾਰਟੀ ਹੋਏਗੀ ਨਾ? ਪੋਲੀਟੀਕਲ ਨਹੀਂ, ਪੋਲੀਟੀਕਲ ਵਿੰਗ ਵੀ ਹੁੰਦਾ, ਮੋਰਚਾ। ਜਿਵੇਂ ਐਨਡੀਏ ਆ, ਐਨਡੀਏ ਕੋਈ ਪਾਰਟੀ ਆ? ਯੂਪੀਏ ਕੋਈ ਪਾਰਟੀ ਆ? ਉਹ ਇੱਕ ਮੋਰਚਾ, ਅਲੱਗ-ਅਲੱਗ ਜਥੇਬੰਦੀਆਂ ਜੁੜ ਕੇ, ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਜੁੜ ਸਕਦੀਆਂ, ਜਥੇਬੰਦੀਆਂ ਜੁੜ ਸਕਦੀਆਂ ਨੇ। ਜਿਵੇਂ ਐਨਡੀਏ ਹੈ ਨਾ, ਐਗਜ਼ਿਸਟ ਨਹੀਂ ਕਰਦਾ। ਜੇ ਇਕੱਠੇ ਹੋਣ ਤਾਂ ਉਹ ਐਨਡੀਏ ਨਹੀਂ ਤਾਂ ਉਹ ਖਤਮ। ਤੇ ਜੇ ਯੂਪੀਏ ਇਕੱਠੇ ਆ ਤਾਂ ਉਹ ਯੂਪੀਏ ਆ। ਇਹ ਇੱਕ ਸੰਯੁਕਤ ਸਮਾਜ ਮੋਰਚਾ ਪੰਜਾਬ ਵਾਸਤੇ ਕ੍ਰੀਏਟ ਕੀਤਾ। ਬੜੀ ਲੰਗੀ ਦੇਰ ਦੀ ਪੋਲੀਟੀਕਲੀ ਘਾਟ ਮਹਿਸੂਸ ਕੀਤੀ ਜਾ ਰਹੀ ਆ। ਇਹਦੇ ਵਿੱਚ ਡਿਫੈਕਟਡ ਪੋਲਿਟਿਕਸ ਹੋ ਰਹੀ ਆ, ਉਹਦੇ ਕਾਰਨ ਇਹ ਆਇਆ। ਹੁਣ ਤੁਹਾਡੀ ਨੈਕਸਟ ਜਿਹੜਾ ਆਨਸਰ, ਇਹ ਕਲੀਅਰ ਕਰ ਲਓ ਆਪਣੇ ਮੀਡੀਆ ਨੂੰ। ਮੈਂ ਕਲੀਅਰ ਤੁਹਾਡੇ ਤਰ੍ਹਾਂ ਹੀ ਕਰ ਸਕਦਾ, ਤੁਸੀਂ ਦੱਸਦੇ ਹੋ। ਪਹਿਲਾਂ ਸਾਡੀ ਆਵਾਜ਼ ਉਠਾਈ ਆ। ਮੋਰਚਾ ਅਲੱਗ-ਅਲੱਗ ਸਾਡੇ ਤੱਕ ਅਪਰੋਚ ਕਰ ਰਹੇ ਆ। ਸਾਨੂੰ 2 ਦਿਨ ਹੋਏ ਆ, ਟਾਈਮ ਨਹੀਂ ਮਿਲਿਆ। ਅਲੱਗ-ਅਲੱਗ ਜਥੇਬੰਦੀਆਂ ਅਪਰੋਚ ਕਰ ਰਹੀਆਂ ਨੇ, ਵਰਕਰ ਜਥੇਬੰਦੀਆਂ ਕਰ ਰਹੀਆਂ, ਟਰਾਂਸਪੋਰਟਰ ਕਰ ਰਹੇ ਆ, ਐਡਵੋਕੇਟਸ ਕਰ ਰਹੇ ਨੇ। ਉਸ ਅਲੱਗ-ਅਲੱਗ ਆਪਣੇ ਵਰਗ ਨੇ। ਕੁਝ ਛੋਟੇ-ਛੋਟੇ ਲੋਕ ਨੇ ਇੱਥੇ ਸੇਵਾ ਕਰਨ ਵਾਲੇ, ਇੱਕ ਸੀਟ ਤੇ। ਕੋਈ ਜਥੇਬੰਦੀ ਆ 4 ਸੀਟ ਦਾ ਇਫੈਕਟ ਕਰਦੀ ਆ, ਉੱਥੇ ਸੇਵਾ ਕਰ ਰਹੀ ਆ। ਕੋਈ ਮੁਲਾਜ਼ਮ ਜਥੇਬੰਦੀ ਆ, ਕੋਈ ਉਹਨਾਂ ਨੂੰ ਇੱਕ ਪੋਲੀਟੀਕਲ ਵਿੰਗ ਦੇਣਾ। ਦੇਖੋ ਉਹਨਾਂ ਨੇ ਅੱਜ ਨਹੀਂ ਤਿਆਰ ਹੋਣਾ। ਇਹ ਬੂਟਾ ਕਿਤੇ ਅੱਜ ਨਹੀਂ ਇਹਨੇ ਫਲ ਦੇਣ ਲੱਗ ਜਾਣਾ। ਇਹ 5-7 ਸਾਲ ਲੱਗ ਵੀ ਸਕਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਪਰ ਇੱਕ ਵਿੰਗ ਤਿਆਰ ਹੋ ਗਿਆ। ਜੇ ਸਾਡੇ ਵਿੱਚੋਂ ਬੱਚੇ, ਸਾਡੀ ਜਥੇਬੰਦੀਆਂ 'ਚੋਂ, ਜਿਵੇਂ ਗਰਾਹਾਂ ਸਾਹਿਬ ਨੇ ਕਿਹਾ, ਨਹੀਂ ਸਾਡੀ ਸੋਚ ਬਣਦੀ ਸੀ ਜਥੇਬੰਦੀਆਂ ਦੀ, ਇਹ ਕਹਿੰਦੇ ਸੀ ਨਹੀਂ ਅਸੀਂ ਜਾਣਾ, ਅਸੀਂ ਸੰਘਰਸ਼ ਦੇ ਰਾਹ ਜਾਣਾ। ਪਰ ਜੇ ਉਹ ਕਹਿੰਦੇ ਆ ਸਾਡੇ 'ਚ ਆ ਕੇ ਵੀ ਅਸੀਂ ਇਹ ਪੋਲੀਟੀਕਲ ਪਾਸੇ ਜਾਣਾ, ਤੇ ਉਹ ਜਾ ਸਕਦੇ ਨੇ। ਉਹਨਾਂ ਵਾਸਤੇ ਆਜ਼ਾਦ ਕੀਤਾ ਅਸੀਂ ਵੀ ਤੁਸੀਂ ਇੱਥੋਂ ਟ੍ਰੇਨਿੰਗ ਲਓ ਸਾਡੇ ਜਥੇਬੰਦੀਆਂ 'ਚੋਂ, ਤੁਸੀਂ ਉੱਥੇ ਲੱਗ ਜਾ ਸਕਦੇ ਹੋ, ਤੁਸੀਂ ਉੱਥੇ ਪੋਲੀਟੀਕਲ ਲੜਾਈ ਸਾਡੀ ਲੜ ਸਕਦੇ ਹੋ। ਸਾਨੂੰ ਐਂ ਲੱਗਦਾ ਜੇ ਅਸੀਂ ਬੱਚੇ ਤਿਆਰ ਨਾ ਕਰਕੇ ਦਿੱਤੇ, ਜਿਵੇਂ ਸਕੂਲ 'ਚ ਨਰਸਰੀ ਦੇ ਕਲਾਸ 'ਚ ਬੱਚਾ ਤਿਆਰ ਨਾ ਹੋਵੇ, ਸਕੂਲ ਚੱਲਦਾ ਨਹੀਂ। +2 +1 ਵਾਲੇ ਨਾਲ ਸਕੂਲ ਨਹੀਂ ਚੱਲਦਾ। ਜੇ ਫਸਟ ਸੈਕੰਡ ਲਵਾਂਗੇ, ਨਰਸਰੀ ਲਵਾਂਗੇ, ਤਾਂ ਹੀ ਕਿਸੇ ਦਿਨ ਉਹ ਸਕੂਲ ਡਿਵੈਲਪ ਹੋਊਗਾ। ਤੇ ਇਸ ਤਰੀਕੇ ਦਾ ਪਹਿਲੀ ਵਾਰ ਬਣਿਆ, ਤਾਂ ਤੁਹਾਡੇ ਸਮਝ ਨਹੀਂ ਆ ਰਿਹਾ। ਇਹ ਪਹਿਲਾਂ ਬਣ ਗਿਆ, ਪੋਲੀਟੀਕਲ ਪਾਰਟੀਆਂ ਬਾਅਦ 'ਚ ਆਉਣਗੀਆਂ। ਇਹੋ ਜਿਹੇ ਐਕਸਪੈਰੀਮੈਂਟ ਸਮੇਂ-ਸਮੇਂ ਤੇ ਪੰਜਾਬ 'ਚ ਹੋਏ ਆ। 18 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਆਏ ਸੀ, ਆਪਣਾ ਪੋਲੀਟੀਕਲ ਪਾਰਟੀ ਸੀ ਉਹ, ਪੋਲੀਟੀਕਲ ਪਾਰਟੀ ਸੀ। ਲੇਕਿਨ ਪੋਲੀਟੀਕਲ ਇੱਕ ਸੋਚ ਜਿਹੜੀ ਪੰਜਾਬ ਦੀ, ਜਿਵੇਂ ਜੋ ਤੁਹਾਨੂੰ ਸਮਰਥਨ ਮਿਲਿਆ, ਉਸ ਸਮਰਥਨ ਨੂੰ ਵੀ ਮਿਲਿਆ ਸੀ। ਉਸ ਵੇਲੇ ਸੋਚ ਆਈ ਆ। ਆਪ ਵੀ ਆਈ ਸੀ ਬਾਹਰੋਂ, ਦਿੱਲੀੋਂ ਆਈ ਸੀ, ਆਪਣੇ ਪੀਪੀ ਵੀ ਆਈ ਸੀ, ਮਨਪ੍ਰੀਤ ਬਾਦਲ ਦੀ ਵੀ ਮਨਪ੍ਰੀਤ ਬਾਦਲ ਪੀਪੀ ਵੀ ਆਈ। ਸਮਝ ਰਹੇ? ਗਰਾਹਾਂ ਜੀ ਬੋਲ ਰਹੇ, ਆਮ ਬੰਦੇ ਹੁੰਦੇ ਸਿੱਧੇ ਆ ਜਾਂਦੇ ਪੋਲਿਟਿਕਸ, ਸਾਡੇ ਕੋਈ ਕੁਐਸਚਨ ਨਹੀਂ ਹੋਣਾ ਸੀ।
ਅਸੀਂ ਜਥੇਬੰਦੀਆਂ 'ਚੋਂ ਆ ਕੇ ਪੋਲੀਟੀਕਲ ਪਾਰਟੀ ਕਲੋਟ ਕਰਨ ਲੱਗਿਆ ਤਾਂ ਤੁਸੀਂ ਕੁਐਸਚਨ ਕਰ ਰਹੇ ਹੋ। ਸਾਡੀਆਂ ਜਥੇਬੰਦੀਆਂ ਉੱਦਾਂ ਹੀ ਐਗਜ਼ਿਸਟ ਕਰ ਰਹੀਆਂ ਨੇ, ਇੱਕ ਯੂਨਿਟ ਨੇ, ਇਕੱਲਾ ਇੱਕ ਬੰਦੇ ਨਾਲ ਨਹੀਂ ਜਥੇਬੰਦੀ ਹੁੰਦੀ। ਜਥੇਬੰਦੀ ਅਸੂਲਾਂ ਦੀ ਹੁੰਦੀ ਆ। ਜਥੇਬੰਦੀ ਵਿੱਚੋਂ ਕੋਈ ਇਲੈਕਸ਼ਨ ਲੜਦਾ ਤਾਂ ਉਹਨੂੰ ਨਹੀਂ ਪ੍ਰਵਾਨ, ਜਥੇਬੰਦੀ ਦੇ ਵਿੱਚ ਨਹੀਂ ਹੁੰਦਾ ਉਹ ਪ੍ਰਵਾਨ, ਉਹ ਗੈਰ ਸਿਆਸੀ ਤੌਰ ਤੇ ਜਥੇਬੰਦੀ ਹੁੰਦੀ ਆ। ਤੇ ਇਸ ਪਾਸੇ ਇੱਕ ਅਲੱਗ ਇੱਕ ਪਲੇਟਫਾਰਮ ਤਿਆਰ ਕੀਤਾ ਜਿਹੜਾ ਸਾਨੂੰ ਸਮੇਂ ਦਾ ਲੋੜ ਲੱਗੀ। ਪਹਿਲਾਂ ਅਸੀਂ ਸਮੇਂ ਦੇ ਲੋੜ 'ਚ ਲਾਈਨਾਂ 'ਤੇ ਬੈਠ ਕੇ ਗਏ ਤਾਂ ਅਸੀਂ ਜੁੜੇ ਨਾ, ਪਹਿਲਾਂ ਅਲੱਗ-ਅਲੱਗ ਲੜਦੇ ਸੀਗੇ, ਉਦੋਂ ਸਾਨੂੰ ਲੋਕੀ ਕਹਿੰਦੇ ਇੱਕ ਝੰਡੇ ਥੱਲੇ ਕਿਉਂ ਨਹੀਂ ਆਉਂਦੇ। ਹੁਣ ਜੇ 32 ਇਕੱਠੇ ਹੋ ਕੇ ਗਏ ਉੱਥੇ SKM ਬਣਿਆ, ਆਪਾਂ ਜਿੱਤੇ। ਜੇ ਪੋਲਿਟਿਕਸ ਦੇ ਵਿੱਚ ਇੱਕ ਯੂਨਿਟ, ਇੱਕ ਧਾਰਾਵਾਂ ਇੱਕ ਕਰ ਦਈਏ ਵੀ ਇਹ ਸੋਚਦੇ ਬੰਦੇ, ਜਿਵੇਂ ਭੰਗੂ ਸਾਹਿਬ ਕਹਿ ਰਹੇ ਸੀ ਵੀ ਏਜੰਡਾ ਦੇਵਾਂਗੇ, ਏਜੰਡਾ ਇਕੱਲਾ ਕਿਸਾਨਾਂ ਦਾ ਨਹੀਂ ਹੋਊ। ਇਹ ਏਜੰਡਾ ਕਿਸਾਨਾਂ ਦਾ ਦੇਣਾ ਹੁੰਦਾ ਉਧਰ ਦੇ ਦਿੰਦੇ ਵੀ ਆਹ ਸਾਡੀਆਂ ਮੰਗਾਂ ਨੇ। ਅਲੱਗ-ਅਲੱਗ ਵਰਗ ਦੇ ਇਕੱਠੇ ਹੋਣਗੇ, ਅਸੀਂ ਏਜੰਡਾ ਬਣਾਵਾਂਗੇ, ਤੁਹਾਡੇ ਬੜੇ ਸਾਫ਼ ਏਜੰਡਾ ਰੱਖਾਂਗੇ। ਇਸ ਮੋਰਚੇ 'ਚ ਐਡ ਕਰਕੇ ਜੇ ਪੋਲਿਟਿਕਸ ਆਣਾ ਤਾਂ ਆਹ ਏਜੰਡਾ ਹੋਊਗਾ। ਪੰਗੂ ਸਾਹਿਬ, ਸਮਾਂ ਬੜਾ ਘੱਟ ਹੈ ਕਿਉਂਕਿ ਲਗਭਗ 1.5 ਮਹੀਨਾ ਇਲੈਕਸ਼ਨ ਨੂੰ ਰਹਿ ਗਿਆ। ਪਾਰਟੀ ਜਿਹੜੀ ਹੈ ਇਹ ਕਹਿ ਰਹੇ ਕਿ ਮੰਚ ਆਇਆ, ਪਰ ਮੈਨੂੰ ਜਿੰਨਾ ਪਤਾ ਲੱਗਿਆ ਕਿ ਬਲਬੀਰ ਸਿੰਘ ਰਾਜੇਵਾਲ ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀ ਔਰ ਅਜਿਹਾ ਵੀ ਕਿਹਾ ਜਾ ਰਿਹਾ ਕਿ ਉਹ CM ਫੇਸ ਹੋਣਗੇ ਔਰ ਸ਼ਾਇਦ ਆਮ ਆਦਮੀ ਪਾਰਟੀ ਨਾਲ ਅਲਾਇੰਸ ਵੀ ਹੋਏਗਾ। ਇਸ ਬਾਰੇ ਕਲੈਰਿਟੀ ਕੋਈ ਦੇਣੀ ਚਾਹੋਗੇ? ਦੇਖੋ, ਇਸ ਤਰ੍ਹਾਂ ਹੈ ਵੀ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਇਹ ਇੱਕ ਇੰਡੀਪੈਂਡੈਂਟ ਪਲੇਟਫਾਰਮ ਹੈ। ਤੁਸੀਂ ਸਾਡੀ ਪ੍ਰੈਸ ਕਾਨਫਰੰਸ ਸੁਣੀ ਦਾ ਫਸਟ ਡੇ ਜਿਸ ਨੂੰ ਲਾਂਚ ਕੀਤਾ, ਉਹਦੇ ਵਿੱਚ ਕੈਟੇਗਰੀ ਲਿਖਿਆ ਹੈ ਵੀ ਇਹ ਇੰਡੀਪੈਂਡੈਂਟ ਮੋਰਚਾ ਹੈ, ਪੰਜਾਬ ਦੀਆਂ 117 ਸੀਟਾਂ ਤੋਂ ਆਪਣੇ ਉਮੀਦਵਾਰ ਖੜੋ ਕਰੂਗਾ ਔਰ ਰਾਜੇਵਾਲ ਸਾਡੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ, ਆਗੂ ਹੋਣਗੇ। ਇਸ ਲਈ ਇਹਦੇ ਵਿੱਚ ਤਾਂ ਕੋਈ ਐਂਬੀਗੁਇਟੀ ਹੈ ਨਹੀਂ। ਤੇ ਇਹ ਬਾਰ-ਬਾਰ ਜਿਹੜੇ ਕੁਐਸਚਨ ਹੈ ਘੁੰਮ ਰਹੇ ਆ, ਸਾਰੇ ਰਿਊਮਰਸ ਆ ਜਿਹੜੀਆਂ ਇਹ ਵੈਸੇ ਫਲਾਈਆਂ ਜਾ ਰਹੀਆਂ। ਇਸ ਲਈ ਅਸੀਂ ਚਾਹ ਰਹੇ ਹਾਂ ਕਲੈਰੀਫਾਈ ਕਰ ਦਿਓ ਕਿ ਕੀ ਸਿੰਬਲ ਤੇ ਸ਼ਾਇਦ ਮਿਲ ਨਹੀਂ ਪਾਏਗਾ, ਪਾਰਟੀ ਵੀ ਰਜਿਸਟਰਡ ਹੀ ਹੋ ਪਾਏਗੀ, ਕਿਸ ਮੰਚ ਤੇ ਆਕੇ ਇਲੈਕਸ਼ਨ ਲੜੋਗੇ? We will try our best. Why not? Why not? There are 2 months left. We are going to further registration and we will certainly get the symbol. ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਆਪਣੀ ਇੰਟਰਵਿਊ 'ਚ ਕਿਹਾ ਕਿ ਸਮਾਂ ਬੜਾ ਘੱਟ ਹੈ, ਅਸੀਂ ਕਿਸੇ ਪਾਰਟੀ ਦੇ ਸਿੰਬਲ ਤੇ ਵੀ ਲੜ ਸਕਦੇ ਹਾਂ। ਉਸ ਬਾਰੇ ਥੋੜੀ ਕਲੈਰਿਟੀ ਚਾਹਾਂਗੇ। ਨਹੀਂ, ਕੋਈ ਉਹ ਦੇਖਾਂਗੇ ਬਾਅਦ ਚ, ਕੋਈ ਐਸੀ ਉਹ ਨਹੀਂ ਹੈ। ਫਿਰ ਆਜ਼ਾਦ ਸਿੰਬਲ ਹੈਗੇ ਆ। ਅਸੀਂ ਦੇਖੋ ਕਿਹਾ ਜੇ ਇਲੈਕਸ਼ਨ ਕਮਿਸ਼ਨ ਕੋਈ ਇੱਕ ਸਿੰਬਲ ਅਲਾਟ ਨਹੀਂ ਕਰੇਗਾ, ਟਾਈਮ ਲੱਗੂਗਾ, ਤਾਂ ਇੰਡੀਪੈਂਡੈਂਟ ਸਿੰਬਲ ਤੇ ਲੜਿਆ ਜਾ ਸਕਦਾ ਹੈ। ਪਰ ਸੰਯੁਕਤ ਸਮਾਜ ਮੋਰਚਾ ਤਾਂ ਇੱਕ ਹੈ ਨਾ, ਉਹਦਾ ਲੀਡਰ ਇੱਕ ਹੈ। ਜਦੋਂ ਉਹ ਤਾਂ ਸਿੰਬਲ ਕੋਈ ਮੈਟਰ ਨਹੀਂ ਕਰਦੇ, ਐਗਜ਼ਿਸਟਿੰਗ ਪਾਰਟੀਆਂ ਕੋਈ ਮੈਟਰ ਨਹੀਂ ਕਰਦੇ। ਕਿਹੜੀ ਪਾਰਟੀ ਲੱਗਦੀ ਹੈ ਜਿਹੜੀ ਸੋਚ ਤੁਹਾਡੇ ਨਾਲ ਮਿਲਦੀ ਹੈ? ਕਿਉਂਕਿ ਬਹੁਤ ਸਾਰੀਆਂ ਪੰਜਾਬ 'ਚ ਪਾਰਟੀਆਂ ਔਰ ਇਸ ਵਾਰ ਤੇ ਬੜਾ ਦਿਲਚਸਪ ਹੈ ਮਾਹੌਲ ਜਿਹੜਾ। ਕਾਦੀਆਂ ਜੀ, ਤੁਸੀਂ ਜਵਾਬ ਦੇ ਸਕਦੇ ਹੋ, ਕਿਸ ਪਾਰਟੀ ਦੇ ਨਾਲ ਤੁਹਾਡੀ ਜ਼ਿਆਦਾ ਨੇੜਤਾ ਹੋ ਸਕਦੀ ਹੈ, ਆਈਡੀਓਲੋਜੀ ਜਿਹੜੀ ਤੁਹਾਡੀ ਉਹਨਾਂ ਨਾਲ ਜ਼ਿਆਦਾ ਮਿਲਦੀ ਹੈ? ਅਸੀਂ ਇੱਕ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੇ ਹਾਂ। 2 ਡੇਜ਼ ਹੈਗੇ ਆ, ਸਾਡੇ ਫੈਸਲਾ ਲਿੱਤਾ ਸੀ, ਇੱਕ ਅੰਦੋਲਨ ਤੋਂ ਆਏ ਆ। 2-3 ਦਿਨਾਂ ਦੇ ਵਿੱਚ ਬਾਕੀਆਂ ਜਿਹੜੀ ਸਾਡੇ ਨਾਲ ਜਥੇਬੰਦੀ ਜੁੜ ਰਹੀਆਂ ਨੇ, ਉਸ ਤੋਂ ਪਹਿਲਾਂ ਏਜੰਡਾ ਤਿਆਰ ਨਹੀਂ ਹੋ ਸਕਦਾ। ਉਹਨਾਂ ਦੇ ਵੀ ਕੁਝ ਏਜੰਡੇ ਨੇ, ਉਹ ਏਜੰਡਾ ਕਰਕੇ ਏਜੰਡਾ ਰੱਖਾਂਗੇ, ਏਜੰਡਾ ਰੱਖ ਕੇ ਲੋਕਾਂ 'ਚ ਜਾਵਾਂਗੇ। ਜੇ ਕੋਈ ਪੋਲੀਟੀਕਲ ਪਾਰਟੀ ਆਉਂਦੀ, ਏਜੰਡਾ ਦੇਵਾਂਗੇ ਨਾ ਵੀ ਆਹ ਫਰੰਟ ਬਣ ਕੇ ਇਸ ਫਰੰਟ ਦਾ ਏਜੰਡਾ ਵਾ। ਸਾਡੇ ਨਾਲ ਏਜੰਡੇ ਨਾਲ ਲੋਕੀ ਜੁੜਨਗੇ ਨਾ, ਸਾਡੇ ਨਾਲ ਫੇਸ ਨਾਲ ਨਹੀਂ ਜੁੜਨਾ ਜਾਂ ਮੋਰਚੇ ਨਾਲ ਨਹੀਂ ਜੁੜਨਾ, ਏਜੰਡੇ ਨਾਲ ਜੁੜਨਾ। ਪੰਜਾਬ ਦੇ ਏਜੰਡੇ ਹੋਣਗੇ, ਉਹ ਤੁਹਾਡੇ ਸਾਹਮਣੇ ਰੱਖੇ ਜਾਣਗੇ ਅਲੱਗ-ਅਲੱਗ। ਇੱਕ ਆਖਰੀ ਸਵਾਲ ਗੁਰਾਜ ਸਾਹਿਬ ਤੋਂ ਲੈਣੇ ਆ। ਗੁਰਾਜ ਸਾਹਿਬ, ਕੋਈ ਨਸੀਹਤ ਦੇਣਾ ਚਾਹੋਗੇ? ਤੁਹਾਡੇ ਪੁਰਾਣੇ ਸਾਥੀ ਨੇ ਔਰ ਮਾਲਵੇ ਵਿੱਚ ਬੜਾ ਇੱਕ ਵੱਡਾ ਅਦਾ ਰੱਖਦੇ ਹੋ, ਲੇਕਿਨ ਪੋਲਿਟਿਕਸ ਤੋਂ ਹਮੇਸ਼ਾ ਗੁਰੇਜ਼ ਕਰਦੇ ਹੋ। ਲੱਗਦਾ ਕਿ ਤੁਹਾਨੂੰ ਵੀ ਅਸੀਂ ਤਾਂ ਇਹਨਾਂ ਨੂੰ ਸਲਾਹ ਦਿੱਤੀ ਸੀ ਪਹਿਲਾਂ ਰਾਜੇਵਾਲ ਸਾਹਿਬ ਨੂੰ ਵੀ ਟੋਏ 'ਚ ਡਿੱਗਣ ਜਾ ਰਿਹਾ ਭਾਈ, ਇਹ ਤੋਂ ਬਚ ਰਿਹਾ। ਜਿੱਡੀਆਂ ਵੱਡੀਆਂ ਸਮੱਸਿਆਵਾਂ ਲੋਕਾਂ ਦੀਆਂ ਖੜੀਆਂ ਨੇ ਉਹਨੂੰ ਸੋਲਵ ਕਰ ਦੇਣਗੇ, ਮੇਰੀ ਆਪਦੀ ਸਮਝ ਮੁਤਾਬਕ। ਵੈਸੇ ਤਾਂ ਵਧਾਈ ਹੈ, ਸਾਡੇ ਸਾਥੀ ਨੇ ਮੁੱਖ ਮੰਤਰੀ ਦੀ ਕੁਰਸੀ ਬਚਣਗੇ, ਡਾਂਗ ਤਾਂ ਦੇਖ ਕੇ ਮਾਰਨਗੇ ਘੱਟੋ ਘੱਟ, ਇੰਨਾ ਕੁ ਤਾਂ ਹੋਏ ਫਾਇਦਾ ਹੀ ਕਰਨਗੇ। ਜੇ ਨਹੀਂ ਕਰਨਗੇ ਚਲੋ ਇਹ ਵਧਾਈ ਹੈ ਇਹਨਾਂ ਨੂੰ ਕਰਨ। ਉਹ ਸਾਡੀ ਸਮਝ ਇਹ ਆ ਕਿ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੀ ਕਿਸਾਨ ਦੇ ਖੜੀਆਂ ਨੇ, ਜਿਨ੍ਹਾਂ ਦੀ ਅਸੀਂ ਸਾਰੇ ਮਿਲ ਕੇ ਅਗਵਾਈ ਕਰ ਰਹੇ ਸੀ, ਉਹ ਸਮੱਸਿਆਵਾਂ ਦੇ ਵਿੱਚੋਂ ਅਸੀਂ ਇੱਕ ਛੋਟੀ ਜਿਹੀ ਗੱਲ ਨੂੰ ਅਜੇ ਹਾਸਲ ਕਰ ਸਕੇ ਹਾਂ। ਕਰਜ਼ੇ ਦਾ ਮੁੱਦਾ ਖੜਾ ਹੈ, ਬੇਰੁਜ਼ਗਾਰੀ ਦਾ ਮੁੱਦਾ ਖੜਾ ਹੈ, ਨਸ਼ਿਆਂ ਦਾ ਮੁੱਦਾ ਖੜਾ ਹੈ, ਲੇਖਮਪੁਰੀ ਖੇਰੀ ਜਿਹੜੀ ਘਟਨਾ ਦਾ ਅਜੈ ਦੋਸ਼ੀ ਆ ਜਿਹੜਾ ਅਜੈ ਕੁਮਾਰ ਮਿਸਰਾ, ਉਹ ਅਜੇ ਉੱਤੇ ਧਾਰਾ 120 ਵੀ ਲੱਗੀ ਆ, ਅਜੇ ਉਹ ਅਹੁਦੇ 'ਤੇ ਬਣਿਆ ਖੜਾ, ਅਤੇ ਕੇਸਾਂ ਵਾਲੀ ਗੱਲ ਅਜੇ ਖੜੀ ਹੈ। ਇਸ ਕਰਕੇ ਵੱਡੇ ਮਸਲੇ ਸਾਡੇ ਖੜੇ ਨੇ ਅਤੇ ਵੱਡੇ ਹਮਲੇ ਕਰਨ ਵਾਸਤੇ ਤਿਆਰ ਹੈ। ਅਜੇ ਅਸੀਂ ਕਾਨੂੰਨ ਵਾਪਸ ਕਰਾ ਕੇ ਮੁੜ ਕੇ ਅਜੇ ਪੰਜਾਬ ਦੀ ਧਰਤੀ 'ਤੇ ਪੈਰ ਧਰਿਆ ਅਤੇ ਤੋਮਰ ਪਹਿਲਾਂ ਹੀ ਬਿਆਨ ਦੇਣ ਲੱਗ ਗਿਆ ਵੀ ਦੁਬਾਰੇ ਫੇਰ ਬਿਆਨ ਲੈ ਕੇ ਆਵਾਂਗੇ। ਜਾਨੀ ਸੱਪ ਜ਼ਖਮੀ ਹੋਇਆ, ਡੰਗ ਮਾਰਨ ਦੀ ਸਮਰੱਥਾ ਤਾਂ ਹੈਗੀ ਅਜੇ, ਉਹਦੀ ਡੰਗ ਤਾਂ ਮਾਰ ਸਕਦਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ BJP ਦੀ ਨੀਤ ਕੋਈ ਸਾਫ਼ ਹੈ। ਵੱਡੇ ਅਟੈਕ ਕਰਨ ਦੀ ਉਹਨਾਂ ਦੀ ਤਿਆਰੀ ਹੈ, ਵੱਡਾ ਹਮਲਾ ਕਰਨਗੇ। ਸਾਡੇ ਕੋਲ ਜੋ ਕੁਝ ਹੈ ਇਹਨੂੰ ਖੋ ਕੇ ਕਾਰਪੋਰੇਟ ਨੂੰ ਦੇਣਗੇ। ਦੂਜਾ, ਇਸ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਹਾਂ। ਸਾਥੀਆਂ ਨੇ ਠੀਕ ਹੈ ਜੋ ਫੈਸਲਾ ਇਹਨਾਂ ਨੂੰ ਠੀਕ ਲੱਗਿਆ, ਮੈਂ ਤਾਂ ਕਹਿੰਦਾ ਵੀ ਇਹਨਾਂ ਦੀ ਮਰਜ਼ੀ ਹੈ, ਕਿਉਂਕਿ ਆਜ਼ਾਦ ਨੇ ਇਹ।
ਸਾਨੂੰ ਜਿਵੇਂ ਠੀਕ ਲੱਗਦਾ ਸੀ ਉਵੇਂ ਕਰਾਂਗੇ, ਬਾਕੀ ਨੇਤਰ ਜੋਗੀ ਬੜੇ ਮੈਂ ਕਰਾਂਗੇ। ਲੱਗਦਾ ਨਹੀਂ ਕੋਸ਼ਿਸ਼ ਕਰਨ ਦੇ, ਕਿਉਂਕਿ ਕਹਿੰਦੇ ਆ ਵੀ ਸਮੁੰਦਰ ਦੇ ਬਾਹਰ ਖੜੇ ਹੋ ਕੇ ਉਹਨੂੰ ਚੰਗਾ ਕਿ ਅੰਦਰ ਕੋਸ਼ਿਸ਼ ਕਰੋ ਤੈਰਨ ਦੀ, ਸ਼ਾਇਦ ਉਹੀ ਕੋਸ਼ਿਸ਼ ਇਹ ਕਰਨ ਚਾਹ ਰਹੇ ਆ। ਨਹੀਂ, ਕੋਸ਼ਿਸ਼ ਤਾਂ ਇਹਨਾਂ ਨੇ ਕੀਤੀ ਹੈ, ਤਾਂ ਕਹਿੰਦੇ ਨੇ ਅਸੀਂ ਤਾਂ ਮੋਰਚਾ ਹੀ ਬਣਾਇਆ ਅਜੇ ਤਾਂ ਪਾਰਟੀ ਬਣਾਈ ਨਹੀਂ, ਅਜੇ ਉਮੀਦਵਾਰ ਜੇ SKM ਹੈ। SKM ਦੇ ਵਿੱਚ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ, 400 ਤੋਂ ਉੱਤੇ ਜਥੇਬੰਦੀ ਹੈ। SKM ਬਰਕਰਾਰ ਹੈ। ਇਹ ਐ ਨਹੀਂ ਵੀ ਇਹ SKM ਤੋਂ ਬਹੁਤ ਦੂਰ ਚਲੇ ਗਏ, ਮੁੜੇ ਹੋਣਗੇ। ਐ ਤਾਂ ਦੇਖੋ ਲੱਖੋਵਾਲ ਸਾਹਿਬ ਨੇ ਵੀ ਤਾਂ ਕਿਹਾ ਲੋਕ ਹਿੱਤ ਪਾਰਟੀ ਬਣਾਈ ਸੀ, ਉਹਦੇ ਸਾਰਿਆਂ ਦੀ ਜ਼ਮਾਨਤ ਜ਼ਬਤਾਂ ਹੋ ਗਈਆਂ, ਮੁੜ ਕੇ ਉਹ ਲੋਕ ਹਿੱਤ ਪਾਰਟੀ ਦਾ ਨਾਂ ਲੈਣੇ ਭੁੱਲ ਗਿਆ, ਚੇਅਰਮੈਨ ਬਣ ਗਿਆ ਅਕਾਲੀਆਂ ਜਾ ਕੇ। ਯਾਨੀ ਐਂ ਤਾਂ ਇਹ ਬਹੁਤ ਕੁਝ ਬਣਾਇਆ। ਭਵਿੰਦਰ ਮਾਨ ਹੈ ਜਿਹੜਾ, ਉਹ ਵੀ ਰਾਜ ਸਭਾ ਦਾ ਮੈਂਬਰ ਬਣਿਆ ਸੀ। ਇਸ ਕਰਕੇ ਹੁਣ ਆਪਣਾ ਲੱਖੋਵਾਲ ਸਾਹਿਬ ਹੈ, ਉਹ 10 ਸਾਲ ਚੇਅਰਮੈਨ ਰਿਹਾ ਤੇ ਕਿਸਾਨਾਂ ਦਾ ਮੁੱਖ ਮੰਤਰੀ ਬਣ ਕੇ ਕੋਈ ਕਿਸਾਨਾਂ ਦੀ ਗੱਲ ਸਵਾਰ ਦੂਗਾ, ਇਹ ਤਾਂ ਗੱਲ ਹੈ ਨਹੀਂ। ਕੈਰੋਂ ਵੀ ਤਾਂ ਕਿਸਾਨਾਂ ਦਾ ਸੀ, ਬਾਦਲ ਕਹਿੰਦਾ ਮੈਂ ਸਾਰਿਆਂ ਦਾ ਕਿਸਾਨਾਂ ਦਾ ਸੀ, ਤੇ ਅਮਰਿੰਦਰ ਕਹਿੰਦਾ ਮੈਂ ਸਭ ਤੋਂ ਵੱਡਾ ਕਿਸਾਨ ਆ। ਐ ਹੁਣ ਚ ਪਾਰਲੀਮੈਂਟ ਦੇ ਵਿੱਚ 542 ਦੇ ਵਿੱਚ ਮੈਨੂੰ ਲੱਗਦਾ 400 ਆਪਦੇ ਆਪ ਨੂੰ ਕਿਸਾਨ ਲਿਖਾਉਂਦਾ। ਪਰ ਫਿਰ ਠੀਕ ਹੈ, ਕੋਈ ਕਿਸਾਨ ਬਣ ਕੇ ਨਹੀਂ, ਨੀਤੀ ਉਹਨਾਂ ਦੀ ਕੀ ਹੈ, ਕਿਸਾਨ ਪੱਖੀ ਹੈ। ਉਹਦੇ ਵਿੱਚ ਕੀ ਸਮੱਸਿਆ ਆਉਣਗੀਆਂ ਤਾਂ ਸਾਥੀਆਂ ਨੂੰ ਇਹਨਾਂ ਨੇ ਵਿਚਾਰੇ ਹੋਣਾ। ਬਾਕੀ ਸਾਡੀ ਸਮਝ ਮੁਤਾਬਕ ਜੋ ਇਹਨਾਂ ਨੇ ਫੈਸਲਾ ਕੀਤਾ ਠੀਕ ਹੈ, ਅਸੀਂ ਇਹ ਤੋਂ ਬਾਹਰ ਆ। ਅਸੀਂ ਉਹ ਜਿਹੜੇ ਪਹਿਲੇ ਟ੍ਰੈਂਡ ਤੇ ਉਹ ਲੜਦੇ ਰਹਾਂਗੇ, ਤੇ ਸਾਡੇ ਤਾਂ ਮੋਰਚੇ ਅੱਜ ਵੀ ਚੱਲਦੇ ਨੇ। ਬਾਹਰੋਂ ਸਪੋਰਟ ਕਰੋਗੇ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਹੋਣਗੀਆਂ, ਵੋਟ ਤੇ ਪਾਣੀ ਹੈ। ਦੇਖੋ ਲਾਰਾ ਲਾਉਣਾ ਠੀਕ ਨਹੀਂ ਹੁੰਦਾ, ਅਸੀਂ ਨਾ ਇਹਨਾਂ ਦੀ ਸਪੋਰਟ ਕਰੀਏ ਨਾ ਇਹਨਾਂ ਦੀ ਕਰੀਏ, ਕਿਸੇ ਦੀ ਨਹੀਂ ਕਰਦੇ। ਅੱਛਾ ਕਾਦੀਆਂ ਸਾਹਿਬ, ਤੁਸੀਂ ਜਵਾਬ ਦੇਣਾ ਚਾਹ ਰਹੇ ਸੀ। ਦੇਖੋ ਮੇਰੇ ਬਜ਼ੁਰਗ ਨੇ ਇਹਨਾਂ ਦੀ ਸਿਹਤ ਲੈ ਕੇ ਅਸੀਂ ਇੱਥੇ ਤੱਕ ਪਹੁੰਚੇ ਆ, ਇਹ 'ਚ ਕੋਈ ਸ਼ੱਕ ਨਹੀਂ। ਜਿਹੜੀਆਂ ਲੜਾਈਆਂ ਲੜੀਆਂ ਔਰ ਸੜਕਾਂ ਦੀਆਂ ਹੈਗੀਆਂ। ਹੁਣ ਗੱਲ ਇਹ ਆ ਵੀ ਸੜਕਾਂ ਦੀ ਲੜਾਈ ਲੜਦੇ ਪਏ ਆ, ਅਸੀਂ ਯੂਥ ਹਾਂ, ਹੋਰ ਤਰੀਕੇ ਨਾਲ ਸੋਚਦੇ ਹਾਂ, ਮੇ ਵੀ ਇਹਨਾਂ ਦੀ ਗੱਲ ਠੀਕ ਹੋਵੇ, ਪਰ ਅਸੀਂ ਇਹ ਮੰਨਦੇ ਹਾਂ ਵੀ ਗਰਾਹਾਂ ਸਾਹਿਬ ਦੀ ਬਹੁਤ ਫੋਲੋਇੰਗ ਆ, ਆਪਾਂ ਸਾਰੇ ਮੰਨਦੇ ਆ ਪੰਜਾਬ 'ਚ। ਮੈਨੂੰ ਸਵਾਲ ਕਰਨਾ ਬਣਦਾ ਤਾਂ ਨਹੀਂ, ਪਰ ਮੇਰੇ ਵੱਡੇ ਨੇ, ਮੈਂ ਨਿਆਣਾ ਕਰ ਸਕਦਾ ਬਾਪੂ ਨੂੰ, ਵੀ ਤੁਹਾਡੇ ਜਿਹੜੇ ਫੋਲੋਵਰ ਨੇ ਉਹ ਕਿਤੇ ਨਾ ਕਿਤੇ ਨਾ ਵੋਟ ਪਾਉਂਦੇ ਆ ਨਾ। ਉਹੀ ਸਵਾਲ ਮੈਂ ਉਠਾ ਤੇ ਰਿਹਾ। ਜੇ ਕਿਤੇ ਉਹ ਵੋਟ ਪਾਉਂਦੇ ਆ ਤੇ ਜੋ ਮਾੜੀ ਧਿਰ ਨੂੰ ਪਾਉਂਦੇ ਹੋਣ ਤੇ ਉਹ ਮਾੜੀਆਂ ਧਿਰਾਂ ਲਿਆ ਕੇ ਆਪਣੇ ਸਿਰ ਤੇ ਬਿਠਾ ਲਈਏ, ਕੀ ਉਹ ਚੰਗੀ ਗੱਲ ਆ? ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹੋ, ਡੈਮੋਕ੍ਰੇਸੀ ਬਲੀਵ ਕਰਦੇ ਆ। ਸਾਨੂੰ ਉੱਥੇ ਕਿਹਾ ਗਿਆ ਜੀ ਅੱਤਵਾਦੀ ਆ ਗਏ, ਦਿੱਲੀ ਦੇ ਜਾਂਦਿਆਂ ਨੂੰ ਵੱਖਵਾਦੀ ਆ ਗਏ ਇਹ ਲੋਕ। ਅੱਜ ਅਸੀਂ ਆ ਕੇ ਪ੍ਰੂਵ ਕਰਤਾ, ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਆ ਵੀ ਤੁਹਾਡੀ ਡੈਮੋਕ੍ਰੇਸੀ ਦੇ ਥੱਲੇ ਅਸੀਂ ਇਲੈਕਸ਼ਨ ਲੜਨ ਨੂੰ ਤਿਆਰ ਆ, ਤੁਹਾਡੇ ਨਾਲ ਇੱਥੇ ਵੀ ਲੜਾਈ ਕਰਨ ਨੂੰ ਤਿਆਰ ਆ। ਜਿੱਥੇ ਗਰਾਹਾਂ ਸਾਹਿਬ ਲੜਾਈ ਲੜਦੇ ਆ, ਉਹ ਲੜਾਈ ਇਦੋਂ ਵੱਡੀ ਆ। ਇਹਨੂੰ ਅਸੀਂ ਅੱਜ ਜਿੱਥੋਂ ਜੰਮੇ ਆ ਨਾ, ਉਹ ਘਰ ਨਹੀਂ ਭੁੱਲਦੇ, ਗਰਾਹਾਂ ਸਾਹਿਬ ਨੇ ਕਿਹਾ ਹੋਇਆ। ਪਰ ਗੱਲ ਇਹ ਆ ਵੀ ਇੱਥੇ ਹੁਣ ਜਿਹੜੀਆਂ ਵੋਟਾਂ ਨੇ ਉਹਦੇ ਨਾਲ ਰਾਜ ਬਣ ਕੇ ਸਾਡੇ ਸਿਰ ਤੇ ਜਿਹੜੇ ਰਾਜੇ ਆਉਂਦੇ ਆ, ਸਾਡੇ ਛਿੱਤਰ ਮਾਰਦੇ ਆ, ਜਿਵੇਂ ਸੂਟੀ ਮਾਰੇ ਕਿਹਾ। ਹੁਣ ਗੱਲ ਇੱਥੇ ਆ ਗਈ ਵੀ ਉਹ ਲੋਕ ਜਿਹੜੇ ਫੋਲੋਵਰ ਨੇ ਉਹ ਵੋਟ ਕਿੱਥੇ ਪਾਉਂਦੇ ਨੇ। ਜੇ ਉਹ ਵੋਟ ਗਲਤ ਧਿਰ ਵਾਲੇ ਪਾਸੇ ਪਾ ਰਹੇ ਨੇ ਤਾਂ ਫਿਰ ਆਪਾਂ ਪੰਜਾਬ ਨਹੀਂ ਸੁਧਾਰ ਸਕਦੇ। ਫਿਰ ਇੱਦਾਂ ਸਾਡੀ ਸੋਚ ਇਹ ਕਹਿੰਦੀ। ਆਖਰੀ ਸਵਾਲ ਲੈ ਲੈਣੇ ਤਾਂ। ਹਾਂਜੀ, ਜਿੱਥੋਂ ਤੱਕ ਮੈਨੂੰ ਸਵਾਲ ਕੀਤਾ ਵੀ ਤੁਹਾਡਾ ਕੇਡਰ ਮਾੜੇ ਬੰਦੇ ਨੂੰ ਵੋਟ ਪਾਵੇ ਕਿ ਚੰਗੇ ਨੂੰ ਵੋਟ ਪਾਵੇ, ਦੇਖੋ ਇਹ ਤੁਹਾਨੂੰ ਪਤਾ ਹੈ ਵੀ ਸਾਡਾ ਚੋਣਾਂ ਦਾ ਬਾਈਕਾਟ ਨਹੀਂ ਹੈ ਕਿ ਅਸੀਂ ਵੋਟਾਂ ਕਿਸੇ ਨੂੰ ਪਾਉਣੀਆਂ ਨਹੀਂ। ਹੁਣ ਵੋਟਾਂ ਦਾ ਮਾਰਕੀਟ ਖੁੱਲ੍ਹੀ ਹੈ, ਇਹ ਬੀਨ ਕਿਹਨੂੰ ਵਧੀਆ ਵਜਾਉਣੀ ਆਉਂਦੀ ਹੈ, ਉਹ ਸੱਪ ਨੂੰ ਕੱਢ ਲੂਗਾ ਬਾਈ। ਹੁਣ ਬੀਨ ਤੁਸੀਂ ਸਿੱਖ ਗਏ, ਇਹ ਬੀਨ ਦਾਰੂ ਨਾਲ ਵੀ ਵਿਕ ਜਾਂਦੀ ਹੈ, ਦਾਰੂ ਭੁੱਕੀ ਨਾਲ ਵੀ ਵਿਕ ਜਾਂਦੀ ਹੈ। ਅਸੀਂ ਹੁਣ ਵੋਟਾਂ ਵਾਲਿਆਂ ਨੂੰ ਤਾਂ ਨਹੀਂ ਕਹਿਣ ਚੱਲੇ ਵੀ ਭਾਈ ਤੁਸੀਂ ਇਹਨਾਂ ਨੂੰ, ਇਹ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਜਿੰਨਾ ਸਾਡੇ ਕੋਲੇ ਸਾਰਾ ਕੇਡਰ ਹੈ ਭਾਈ ਉਹ ਕਾਦੀਆਂ ਸਾਹਿਬ ਨੂੰ ਵੋਟ ਪਾ ਦਿਓ। ਇਹ ਤਾਂ ਅਸੀਂ ਕਹਿਣ ਤੋਂ ਵਰਜਿਤ, ਇਹ ਸਾਡੇ ਵਰਜਿਤ ਹੈ, ਤਾਂ ਕਹਿਣਾ ਨਹੀਂ ਅਸੀਂ। ਹਾਂ, ਵੋਟ ਪਾਉਣੋਂ ਰੋਕਦੇ ਨਹੀਂ, ਤੁਹਾਡੇ ਨੇ, ਤੁਸੀਂ ਜਾਣਦੇ ਹੋ ਬਾਈ, ਸਾਡੇ ਨਾਲ ਹੀ ਰਹੋ, ਤੁਸੀਂ ਲੈ ਲਓ ਵੋਟਾਂ ਬੀਨ ਵਜਾ ਕੇ। ਅਸੀਂ ਕੀ ਇਤਰਾਜ਼ ਕੀ ਹੈ? ਸਾਨੂੰ ਕੋਈ ਇਤਰਾਜ਼ ਨਹੀਂ। ਥੈਂਕ ਯੂ। ਸਮੇਂ ਦੀ ਥੋੜੀ ਕਮ। ਬਸ ਇੱਕ ਮਿੰਟ, ਮੈਂ ਇਹ ਕਹਿਣਾ ਮਧੂ ਮੱਖੀ ਦੀ ਜਿਹੜੀ ਮੱਖੀਆਂ ਦਾ ਝੱਜਾ ਹੁੰਦਾ ਨਾ ਜੀ, ਉਹ ਕੁਈਨ ਨਾ ਜਾਂਦਾ। ਜੇ ਤੁਸੀਂ ਕਹਿੰਦੇ ਕੁਈਨ ਦੇ ਪਿੱਛੇ ਸਾਰੇ ਚਲੇ ਜਾਂਦੇ ਆ, ਛੱਤਾ 'ਚ ਬਣ ਜਾਂਦਾ। ਅੱਛਾ ਕੁਈਨ ਦੱਸ ਦਿਓ ਕੌਣ ਹੈ ਫਿਰ। ਨਹੀਂ, ਇੱਕ ਮੈਂ ਤੇਰੇ ਵਾਲੀ ਗੱਲ ਤੇ ਮੋਹਰ ਲਾ ਦਿੰਦਾ। ਮੇਰੀ ਭਾਵੇਂ ਤੁਸੀਂ ਬਾਈ ਉਸੇ ਕੋਈ ਚਲੇ ਗਏ ਜਿਹੜੇ 'ਚ ਪਹਿਲੀਆਂ ਮਧੂ ਮੱਖੀਆਂ ਗਈਆਂ ਨੇ। ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। 2000 ਤੋਂ ਲੈ ਕੇ 2015 ਦੇ 15 ਸਾਲਾਂ ਦੇ ਵਿੱਚ 16,606 ਕਿਸਾਨ ਜਿਹੜੇ ਆ ਉਹਨਾਂ ਨੇ ਖੁਦਕੁਸ਼ੀ ਕੀਤੀ ਸੀ, ਔਰ ਸਿਰਫ ਇੱਕ ਸਾਲ ਦੇ ਵਿੱਚ ਕਰੀਬ 1107 ਜਿਹੜੇ ਕਿਸਾਨ ਨੇ ਸੁਸਾਈਡ ਕਰਦੇ। ਯਾਨੀ ਕਿ ਜਿਸ ਵਕਤ ਆਪਾਂ ਇਹ ਚਰਚਾ ਕਰ ਰਹੇ ਹਾਂ ਉਸ ਵੇਲੇ ਵੀ ਹਰ ਰੋਜ਼ 3 ਕਿਸਾਨ ਜਿਹੜੇ ਆ ਔਸਤਨ ਜਿਹੜੇ ਆ ਸੁਸਾਈਡ ਕਰ ਰਹੇ ਆ, ਔਰ ਕਿਤੇ ਨਾ ਕਿਤੇ ਉਸ ਸਿਸਟਮ ਤੋਂ ਨਿਰਾਸ਼ ਹਨ। ਲੇਕਿਨ ਨਵਾਂ ਐਕਸਪੈਰੀਮੈਂਟ ਜਿਹੜਾ ਪੰਜਾਬ 'ਚ ਹੋਣ ਜਾ ਰਿਹਾ, ਦੇਖਣ ਵਾਲੀ ਗੱਲ ਹੋਏਗੀ ਕਿ ਪੰਜਾਬ ਦੇ ਕਿਸਾਨ ਜਿਹੜੇ ਆ ਉਹਨੂੰ ਕਿੰਨਾ ਐਂਡੋਰਸ ਕਰਦੇ ਆ, ਔਰ ਪੰਜਾਬ ਦੀ ਕਿਸਾਨੀ ਨੂੰ ਉਹ ਕਿੰਨਾ ਜਿਹੜਾ ਹੈ ਉਹ ਅੱਗੇ ਲੈ ਕੇ ਜਾਂਦੇ ਆ। ਧੰਨਵਾਦ।